नाल रखना है, कोई अख पट के इज्जत वाल देखे उहदी धौण ला देनी है, ये जरूरी है। शस्त्र विद्या नहीं भुलनी, क्योंकि जे एक च शस्त्र होवे अपने हाथ शस्त्र होवे तो कोई माई दा लाल छोटे वाल अख चुक के नहीं देख सकता। ये कोई अख पा सके साडी धी भैन वाल देख सके, ये बिल गोडे टेक के सरकार वापस करेगी, ना करे तो मेरा नाम मत दे, मैं फिर अपने गुरु दा नहीं अकाल तख्त दा नहीं। वो जो ख्वाब थे मेरे जहन में, ना मैं कह सका ना मैं लिख सका, कि ज़बां मिली तो कटी हुई, कि कलम मिला तो बिका हुआ। जिन्ना सानू ये सरकार दबाऊगी असी लावा बन के उदू ज़्यादा उपर फुटांगे, और ये संघर्ष हुण सुनामी लैके आऊगा होर ज़्यादा। नहीं तो जिन्ने घुट के कुर्सी नूं ने जफ्फा पाया वो सने कुर्सी लोग किते ना किते हो सकदा वाघे बार्डर ताणी उधर पहुंचाउण, जेड़ा अज तक ये पहुंचाउंदे आए आ बहुत सारे लोगों नूं कि तुहानूं पाकिस्तान पहुंचा दांगे। इन्हां ने मंदिर ढाए ने, इन्हां ने मस्जिदां नां दे ढाए ने, इन्हां ने लोकां दा कतलेआम करिया है, इन्हां ने कदे इंसाफ की गल नहीं करी। रातों रात काला बिल छेड़ करके दिन चढ़े करे तू ऐलान दिल्ली अड़ी तेरा साडे सूबे नाल की पैर दस दे जेड़ा इना करे नुकसान दिल्ली पगड़ी सवाल जट्टा, पगड़ी सवाल जट्टा। ਹੁਣ ਅਸੀਂ ਤੁਹਾਡੇ ਸਿਰ ਤੇ ਥੋੜਾ ਮਾਰਨਾ ਹੀ ਮਾਰਨਾ, ਕਿਉਂਕਿ ਤੁਸੀਂ ਸਾਨੂੰ ਅਧਿਕਾਰ ਦਿੱਤਾ ਮਾਰਨ ਦਾ। ਇਹ ਭੀੜ ਉਹ ਹੈ ਜਿਹੜੀ ਤੁਹਾਡਾ ਤਖਤਾ ਹਿਲਾਏਗੀ, पर ये भीड़ वही जी भीड़ नहीं जेड़ी बाबरी मस्जिद ढाहे। हथेली पर सजा कर हम भी अपनी जान निकले हैं। कोई किसी को राज न दे है, कोई किसी को ताज न दे है, जावे है अपने निज पल से ले। ਜਿਹੜੀ ਪ੍ਰੋਬਲਮ ਹੈ ਨਾ ਉਹ ਇਹ ਵੀ ਮਸ਼ੀਨ ਦੇ ਵਿੱਚ ਹੈ। ਬੈਲਟ ਪੇਪਰ ਕਿਉਂ ਨਹੀਂ ਲੈ ਕੇ ਆਉਂਦੇ? ਬੈਲਟ ਪੇਪਰ ਲੈ ਕੇ ਆਣ, ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਤੇ ਅਸੀਂ ਹਥਿਆਰ ਉਠਾਏ ਆਪਣੇ ਹੱਕ ਦੇ ਲਈ ਉਠਾਏ ਆ। ਪਿੱਛੇ ਤੇ ਵਾਰ ਕਰਨ ਵਾਲੇ ਇਹ ਸਾਹਮਣੇ ਨਹੀਂ ਲੜਾਈ ਕਰ ਸਕਦੇ। ਆ ਤੁਸੀਂ ਹੁਣ ਵੀ ਕਿਸਾਨ ਅੰਦੋਲਨ ਦੇਖਿਆ, ਪੁਲਿਸ ਦੇ ਸਹਾਰੇ ਚਾਹੁੰਦੇ ਨੇ, ਆ ਕੇ ਫਿਰ ਹਮਲਾ ਕਰਦੇ ਨੇ, ਆਪਦਾ ਰੂਪ ਹੋਸ਼ ਹੋ ਕੇ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਕੇ ਲਿਆਉਂਦੇ ਨੇ। ਹੌਲੀ ਹੌਲੀ ਇਹਨਾਂ ਲੋਕਾਂ ਨੂੰ ਕੁਰਸੀਆਂ ਤੋਂ ਲਾਉਣ ਦੀ ਲੜਾਈ ਬਣ ਰਹੀ ਹੈ। ਇਹਦੇ ਤੇ ਰਾਜਨੀਤਿਕ ਰੰਗਤ ਹੌਲੀ ਹੌਲੀ ਚੜ੍ਹਦੀ ਨਜ਼ਰ ਮੈਨੂੰ ਆ ਰਹੀ ਹੈ। ਅੱਜ ਦੇਸ਼ ਭਰ ਦੇ ਵਿੱਚ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਥਾਂ ਥਾਂ ਦੇ ਉੱਤੇ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪਗੜੀ ਸੰਭਾਲ ਜੱਟਾ ਦੇ ਆਗੂ ਸਰਦਾਰ ਅਜੀਤ ਸਿੰਘ ਜਿਨ੍ਹਾਂ ਨੇ ਅਗਵਾਈ ਕੀਤੀ ਸੀ, ਉਸ ਵੇਲੇ ਗੋਰਿਆਂ ਦੀ ਸਰਕਾਰ ਤੋਂ ਉਹਨਾਂ ਨੇ ਖੇਤੀ ਕਾਨੂੰਨ ਜਿਹੜੇ ਹੈਗੇ ਸੀ ਉਹ ਰੱਦ ਕਰਵਾਏ ਸੀ। ਅੱਜ ਖੇਤੀ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵਿੱਚ ਅੰਦੋਲਨ ਚੱਲ ਰਿਹਾ, ਭਾਰਤ ਦੇ ਵਿੱਚ ਅੰਦੋਲਨ ਚੱਲ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਚੰਡੀਗੜ੍ਹ ਵਿੱਚ ਅਸੀਂ ਇਸ ਵੇਲੇ ਖੜੇ ਹੋਏ ਹਾਂ, ਗੱਲਬਾਤ ਕਰਾਂਗੇ। ਸੋ ਮਨਜੀਤ ਸਿੰਘ ਜੀ, ਕਿਵੇਂ ਦੇਖਦੇ ਹੋ, ਇੱਕ ਸਦੀ ਤੋਂ ਵੱਧ ਸਮਾਂ ਹੋ ਚੁੱਕਿਆ, ਅੱਜ ਪਗੜੀ ਸੰਭਾਲ ਜੱਟਾ ਮੁਹਿੰਮ ਦੁਆਰਾ ਚਲਾਈ ਜਾ ਰਹੀ ਹੈ ਤੇ ਗੋਰਿਆਂ ਦੇ ਕੋਲੋਂ ਜਿਹੜੇ ਕਾਨੂੰਨ ਰੱਦ ਕਰਵਾਏ ਸੀਗੇ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਜੀ ਹੋਰਾਂ ਨੇ, ਲੱਗਦਾ ਹੈ ਕਿ ਅੱਜ ਦੁਆਰਾ ਕੇਂਦਰ ਸਰਕਾਰ ਦੇ ਉੱਤੇ ਇਸ ਮੁਹਿੰਮ ਦਾ ਅਸਰ ਪਊਗਾ? ਨਹੀਂ, ਬਿਲਕੁਲ ਇਹਦਾ ਮਤਲਬ ਹੈ ਵੀ ਅੱਜ ਬਹੁਤਾ ਕੁਝ ਬਦਲਿਆ ਨਹੀਂ ਆ। 1907 ਦੀ ਗੱਲ ਆ ਤੇ ਹੁਣ ਦੇਖੋ 2021 ਆ ਗਈ ਆ ਤੇ ਅਜੇ ਵੀ ਜਿਹੜੇ ਕਿਸਾਨ ਆ ਜਾਂ ਥੱਲੇ ਧਰਤੀ ਨਾਲ ਜੁੜੇ ਲੋਕ ਆ, ਜਿਹੜੇ ਮਿਹਨਤਕਸ਼ ਲੋਕ ਆ, ਅਜੇ ਵੀ ਉਹੀ ਲੜਾਈ ਲੜ ਰਹੇ। ਆਪਣੀ ਹੋਂਦ ਦੀ ਲੜਾਈ, ਆਪਣੀਆਂ ਜ਼ਮੀਨਾਂ ਦੀ ਲੜਾਈ, ਆਪਣੇ ਬਚਾਓ ਦੀ ਲੜਾਈ, ਕਰਜ਼ਿਆਂ ਦੇ ਵਿਰੁੱਧ ਲੜਾਈ, ਵਾਧੂ ਲੁੱਟ ਖਸੁੱਟ ਸਰਕਾਰਾਂ ਵੱਲੋਂ ਜਿਹੜੀ ਕੀਤੀ ਜਾਂਦੀ ਉਹਦੇ ਵਿਰੁੱਧ ਲੜਾਈ ਅੱਜ ਵੀ ਉੱਥੇ ਹੀ ਖੜੀ ਹੈ। ਔਰ ਇਹ ਸਾਨੂੰ ਯਾਦ ਦਿਲਾਉਂਦਾ ਆ ਕਿ ਜੇ ਉਦੋਂ ਉਹਨਾਂ ਨੇ 9 ਮਹੀਨੇ ਲਾਏ ਸੀਗੇ, ਇਹ ਹੁਣ ਕਿੰਨਾ ਟਾਈਮ ਲੱਗ ਸਕਦਾ। ਔਰ ਉਹ ਤਾਂ ਅੰਗਰੇਜ਼ਾਂ ਦੀ ਸਰਕਾਰ ਸੀ, ਇਹ ਸਾਡੀ ਆਪਣੀ ਸਰਕਾਰ ਜਿਹਨੂੰ ਆਪਣੀ ਕਹਿੰਦੇ ਆ, ਜਿਹੜੀ ਕਿ ਆਪਣੀ ਹੈ ਨਹੀਂ। ਹਾਂਜੀ, ਤੇ ਇਸ ਕਰਕੇ ਮੇਰਾ ਤਾਂ ਇਹ ਸੋਚਣਾ ਹੈਗਾ ਅਮਨ ਮੋਹਨ ਜੀ ਕਿ ਜਿਸ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਬੜੇ ਹੰਬਲ ਢੰਗ ਦੇ ਨਾਲ ਇਹ ਕਿਸਾਨ ਮੂਵਮੈਂਟ ਚੱਲੀ ਸੀ, ਫਿਰ ਕਿਵੇਂ 26 ਨਵੰਬਰ ਨੂੰ ਜਦੋਂ ਇਹ ਦਿੱਲੀ ਵੱਲ ਕੂਚ ਕਰ ਗਈ ਤਾਂ ਇਹ ਜਨ ਅੰਦੋਲਨ ਬਣ ਗਿਆ। ਔਰ ਜਿਹੜਾ ਅੱਜ ਟਕਾਇਤ ਦਾ ਵੀ ਬਿਆਨ ਆਇਆ ਔਰ ਜਿਹੜੀ ਇੱਕ ਸੱਚਾਈ ਵੀ ਹੈ, ਇਹ ਹੌਲੀ ਹੌਲੀ ਇਹਨਾਂ ਲੋਕਾਂ ਨੂੰ ਕੁਰਸੀਆਂ ਤੋਂ ਲਾਉਣ ਦੀ ਲੜਾਈ ਬਣ ਰਹੀ ਹੈ। ਇਹਦੇ ਤੇ ਰਾਜਨੀਤਿਕ ਰੰਗਤ ਹੌਲੀ ਹੌਲੀ ਚੜ੍ਹਦੀ ਨਜ਼ਰ ਮੈਨੂੰ ਆ ਰਹੀ ਹੈ। ਕਾਰਨ ਉਹਦਾ ਇਹ ਹੈ ਕਿ ਜਿੰਨੇ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਮਜ਼ਾਰੇ, ਰੋਸ ਮਜ਼ਾਰੇ, ਔਰ ਇਹ ਉਹਨਾਂ ਦਾ ਮਜ਼ਾਕ ਉਡਾਉਂਦੇ ਆ
ਕਦੀ ਉਹਨਾਂ ਨੂੰ ਅੰਦੋਲਨ ਜੀਵੀ, ਕਦੀ ਇਹਨਾਂ ਨੂੰ ਪੈਰਾਸਾਈਟ ਕਹਿੰਦੇ ਆ, ਕਦੀ ਇਹਨਾਂ ਨੂੰ ਤੁਸੀਂ ਕਹਿੰਦੇ ਇਹ ਤੇ ਭੀੜ ਆ, ਇਹਨਾਂ ਨੂੰ ਕੀ ਪਤਾ, ਕਦੀ ਕਹਿੰਦੇ ਇਹ ਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਦੇ ਹੱਕ 'ਚ ਕੀ ਆ। ਸਾਨੂੰ ਪਤਾ ਤੁਸੀਂ ਵੋਟਾਂ ਪਾ ਕੇ ਗਲਤੀ ਕੀਤੀ, ਹੁਣ ਅਸੀਂ ਤੁਹਾਡੇ ਸਿਰ ਤੇ ਥੋੜਾ ਮਾਰਨਾ ਹੀ ਮਾਰਨਾ, ਕਿਉਂਕਿ ਤੁਸੀਂ ਸਾਨੂੰ ਅਧਿਕਾਰ ਦਿੱਤਾ ਮਾਰਨ ਦਾ। ਇਹ ਗੱਲਾਂ ਸਾਰੀਆਂ ਚੱਲ ਰਹੀਆਂ। ਮੇਰਾ ਖਿਆਲ ਇਹ ਕਿੰਨੀ ਦੇਰ ਤੱਕ ਚੱਲੂਗਾ, ਇਹ ਬਹੁਤ ਔਖਾ ਹੈ ਦੇਰ ਤੱਕ ਇਸ ਨੂੰ ਚਲਾਉਣਾ। ਔਰ ਮੈਂ ਇਹ ਸਮਝਦਾ ਕਿ ਜੇ ਮੋਦੀ ਅੱਜ ਦੀ ਤਰੀਕ 'ਚ ਮੰਨ ਜਾਏ ਤੇ ਇਹ ਚੰਗੀ ਗੱਲ ਆ, ਨਹੀਂ ਤਾਂ ਜਿੰਨੇ ਘੁੱਟ ਕੇ ਕੁਰਸੀ ਨੂੰ ਉਹਨੇ ਜੱਫਾ ਪਾਇਆ, ਉਹ ਸਣੇ ਕੁਰਸੀ ਲੋਕ ਕਿਤੇ ਨਾ ਕਿਤੇ ਹੋ ਸਕਦਾ ਵਾਘੇ ਬਾਰਡਰ ਤਾਂ ਨਹੀਂ ਉੱਧਰ ਪਹੁੰਚਾਉਣ, ਜਿਹੜਾ ਅੱਜ ਤੱਕ ਇਹ ਪਹੁੰਚਾਉਂਦੇ ਆਏ ਆ ਬਹੁਤ ਸਾਰੇ ਲੋਕਾਂ ਨੂੰ ਕਿ ਤੁਹਾਨੂੰ ਪਾਕਿਸਤਾਨ ਪਹੁੰਚਾ ਦਾਂਗੇ। ਅੱਜ ਹੋ ਸਕਦਾ ਆ ਕਿ ਇਹਨਾਂ ਦੀ ਵਾਰੀ ਇਹੋ ਜਿਹੀ ਆ ਜਾਏ। ਪ੍ਰੋਫੈਸਰ ਮਨਜੀਤ ਸਿੰਘ ਜੀ, ਸਰਦਾਰ ਭਗਤ ਸਿੰਘ ਹੋਰਾਂ ਦੀ ਗੱਲ ਕਰੀਏ, ਆਪਾਂ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ, ਤੇ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਦੀ ਕਮਾਨ ਸੰਭਾਲੀ, ਉਹਨਾਂ ਦੀ ਅਗਵਾਈ ਦੇ ਵਿੱਚ ਗੋਰਿਆਂ ਦੀ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀਗਾ। ਅੱਜ ਸਿੰਘੂ ਬਾਰਡਰ ਦੇ ਉੱਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਉਹਨਾਂ ਨੂੰ ਸਨਮਾਨ ਕੀਤਾ ਗਿਆ। ਥਾਂ ਥਾਂ ਅੱਜ ਭਾਰਤ ਦੇ ਵਿੱਚ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਪਗੜੀ ਸੰਭਾਲ ਜੱਟਾ ਦੇ। ਕੀ ਲੱਗਦਾ ਹੈ ਕਿ ਜੋ ਦੇਸ਼ ਦੇ ਨਾਇਕ ਨੇ ਤੇ ਉਹਨਾਂ ਦਾ ਅੱਜ ਇੱਕ ਵੱਡਾ ਦਿਨ ਹੈਗਾ, ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਹੈ, ਉਹ ਵੀ ਕਿਸਾਨੀ ਅੰਦੋਲਨ ਦੇ ਨਾਲ ਲੱਗਦਾ ਕਿ ਇਸ ਨਾਲ ਜਿਹੜੇ ਲੋਕ ਹੈਗੇ ਨੇ ਹੋਰ ਵੀ ਜਾਗਰੂਕ ਹੋਣਗੇ? ਦੇਖੋ, ਦੋ ਗੱਲਾਂ ਬੜੀਆਂ ਸਾਫ਼-ਸਾਫ਼ ਲੀਕ ਖਿੱਚੀ ਗਈ ਹੈ। ਇੱਕ ਪਾਸੇ ਸਰਕਾਰ ਆ, ਇੱਕ ਪਾਸੇ ਲੋਕ ਆ। ਔਰ ਸਰਕਾਰ ਜਿਹੜੀ ਕਾਰਪੋਰੇਟਾਂ ਨਾਲ ਖੜੀ ਆ, ਲੋਕ ਆਪਣੇ ਨਾਲ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਆ। ਜਿਵੇਂ ਕੋਈ ਤੂਫਾਨ ਆ, ਹਨੇਰੀ ਆ ਜਾਂਦੀ ਹੈ ਤੇ ਕੀ ਲੋਕ ਕਰਦੇ ਹੋ, ਕਹਿੰਦੇ ਚੰਬੜ ਜੋ ਇੱਕ ਦੂਜੇ ਦੇ ਨਾਲ ਇਕੱਠੇ ਹੋ ਜਾਓ, ਹੁਣ ਬਚਾਓ ਦੀ ਘੜੀ ਹੈ। ਇਸ ਕਰਕੇ ਹਰ ਕੋਈ ਆਦਮੀ, ਭਾਵੇਂ ਨੌਜਵਾਨ, ਬੁੱਢਾ, ਔਰਤ, ਮਰਦ, ਊਚ ਜਾਤ, ਨੀਚ ਜਾਤ, ਹਿੰਦੂ, ਸਿੱਖ, ਮੁਸਲਿਮ, ਈਸਾਈ, ਯੂਪੀ ਵਾਲਾ, ਹਰਿਆਣੇ ਵਾਲਾ, ਪੰਜਾਬੀ, ਕੋਈ ਵੀ ਕਿਸੇ ਕਿਸਮ ਦੇ ਕੋਈ ਉਹਨਾਂ ਦੇ ਵਿੱਚ ਇਹੋ ਜਿਹਾ ਫਰਕ ਨਹੀਂ ਹੈ। ਉਹ ਸਭ ਐਨ ਇਕਜੁੱਟ, ਇੱਕ ਮੁੱਠ, ਇੱਕ ਸੁਰ ਹੋ ਕੇ ਇਹ ਲੜਾਈ ਲੜ ਰਹੇ ਆ। ਔਰ ਇਹ ਲੜਾਈ ਦੀ ਜਿੱਤਣ ਦਾ ਗਰੰਟੀ ਇਸ ਕਰਕੇ ਹੈ ਕਿ ਇਹ ਜਨ ਅੰਦੋਲਨ ਆ। ਔਰ ਇਹ ਲੜਾਈ ਕੱਲੀ ਸਿਰਫ ਇਹ ਜ਼ਮੀਨ ਬਚਾਉਣ ਦੀ, ਪਿੰਡ ਬਚਾਉਣ ਦੀ ਲੜਾਈ ਨਹੀਂ ਰਹੀ। ਇਹ ਲੜਾਈ ਉਹਦੇ ਨਾਲੋਂ ਅੱਗੇ ਗਈ ਹੈ ਕਿ ਇਹ ਲੋਕਾਂ ਦੇ ਦਿਮਾਗ ਨੂੰ ਵੀ ਠੀਕ ਕਰਨਾ ਜਿਹੜੇ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ। ਇਹਦਾ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਵੀ ਚੋਣਾਂ ਹੋਣਗੀਆਂ, ਇਹਨਾਂ ਦਾ ਬਿਸਤਰਾ ਗੋਲ ਹੋਊਗਾ। ਮੈਨੂੰ ਤਾਂ ਲੱਗਦਾ ਕਿ ਵੈਸਟ ਬੰਗਾਲ ਤੇ ਵੀ ਇਸ ਗੱਲ ਦਾ ਸਿੱਧਾ ਅਸਰ ਪੈਣ ਵਾਲਾ। ਇੱਥੇ ਪਾਤੜਾਂ ਦੇ ਵਿੱਚ ਜਿਹੜੀਆਂ ਹੁਣੇ ਇਲੈਕਸ਼ਨਾਂ ਹੋ ਕੇ ਹਟੀਆਂ, ਬੀਜੇਪੀ ਦੇ 9 ਕੈਂਡੀਡੇਟ ਨੂੰ 36 ਵੋਟਾਂ ਟੋਟਲ ਪਈਆਂ, ਯਾਨੀ ਐਵਰੇਜ ਔਸਤਨ 4 ਵੋਟਾਂ ਇੱਕ ਬੰਦੇ ਨੂੰ ਪਈਆਂ। ਇਹਦਾ ਮਤਲਬ ਉਹਦੇ ਆਪਣੇ ਟੱਬਰ ਨੇ ਹੀ ਨਹੀਂ ਉਹਨਾਂ ਨੂੰ ਵੋਟਾਂ ਪਾਈਆਂ, ਬਾਕੀ ਜਨਤਾ ਨੇ ਤੇ ਕੀ ਪਾਉਣੀਆਂ ਸੀ, 10 ਵੋਟਾਂ ਤੇ ਘਰੇ ਹੀ ਹੁੰਦੀਆਂ। ਅਮਨ ਮੋਹਨ, ਇਹ ਲੋਕਾਂ ਦਾ ਰਿਸਪੌਂਸ ਆ। ਲੋਕਾਂ ਨੇ ਕਮਲ ਵਾਲੀਆਂ ਟਿਕਟਾਂ ਲਈਆਂ ਨਹੀਂ। ਇਹ ਸਾਰੇ ਦੇਸ਼ 'ਚ ਹੋਊਗਾ ਕਿ ਲੋਕ ਕਮਲ ਦਾ ਨਾਂ ਸੁਣ ਕੇ ਭੱਜਿਆ ਕਰਨਗੇ ਕਿ ਇਹ ਫੁੱਲ ਨਹੀਂ ਹੈ, ਇਹ ਕੋਈ ਸਾਲੀ ਜ਼ਹਿਰ ਆ। ਇਸ ਲਈ ਇਹ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਦੇ ਰਹੋ ਕਿ ਇਹਦਾ ਜਿਹੜਾ ਰੈਪਰਕਸ਼ਨ ਆ, ਇਹਦਾ ਜਿਹੜਾ ਫਾਲ ਆਊਟ ਆ, ਉਹ ਨਿਕਲੂਗਾ ਇਹਨਾਂ ਨੂੰ ਕੁਰਸੀਆਂ ਤੋਂ ਥੱਲੇ ਸੁੱਟਣ ਦਾ ਔਰ ਇਹਨਾਂ ਤੋਂ ਸੱਤਾ ਨੂੰ ਸਹੀ ਲੋਕਾਂ 'ਚ ਹੱਥ 'ਚ ਸੱਤਾ ਪਹੁੰਚਾਉਣ ਦਾ। ਉਹ ਭਾਵੇਂ ਮੌਜੂਦਾ ਪਾਰਟੀਆਂ 'ਚੋਂ ਕੋਈ ਹੋਵੇ, ਭਾਵੇਂ ਇਹਨਾਂ ਦਾ ਕੋਈ ਕੰਬੀਨੇਸ਼ਨ ਹੋਵੇ, ਭਾਵੇਂ ਕੋਈ ਨਵੀਂ ਪਾਰਟੀ, ਨਵੀਂ ਸ਼ਕਤੀ ਇੱਥੇ ਉੱਭਰ ਕੇ ਆਵੇ ਜਿਹਦੀ ਬੜੀ ਲੋੜ ਹੈ ਔਰ ਜਿਹਦੀ ਇੱਥੇ ਬੜੀ ਜਗ੍ਹਾ ਵੀ ਹੈਗੀ ਆ। ਇਹ ਹਾਲਤ ਬਣਦੀ ਜਾ ਰਹੀ ਹੈ। ਸ਼ੁਕਰੀਆ। ਸੋ ਇਸ ਪ੍ਰੋਫੈਸਰ ਮਨਜੀਤ ਸਿੰਘ ਜੀ, ਹੋਰ ਵੀ ਜਿਹੜੇ ਇੱਥੇ ਲੋਕ ਪੁੱਜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਡਾਕਟਰ ਪਿਆਰੇ ਲਾਲ ਗਰਗ ਜੀ ਵੀ ਇੱਥੇ ਪਹੁੰਚ ਚੁੱਕੇ ਨੇ, ਚੰਡੀਗੜ੍ਹ ਦੇ ਵਿੱਚ ਗੱਲਬਾਤ ਕਰਾਂਗੇ। ਗਰਗ ਸਾਹਿਬ, ਮੈਂ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਜਦੋਂ ਕਿਸਾਨ ਆਗੂ ਆਏ ਸਨ ਵੱਡੇ, ਉਹਨਾਂ ਉੱਥੇ ਵੀ ਸੁਣਿਆ, ਤੁਸੀਂ ਉੱਥੇ ਵੀ ਇੱਕ ਵੱਡੀ ਗੱਲ ਆਖੀ ਸੀ ਕਿ ਜਿਹੜੇ ਕਿਸਾਨ ਆਗੂ ਨੇ ਉਹਨਾਂ ਤੋਂ ਪਹਿਲਾਂ ਮੈਨੂੰ ਤੁਸੀਂ ਗ੍ਰਿਫਤਾਰ ਕਰੋ ਜੇ ਦਮ ਹੈ ਤਾਂ ਤੁਹਾਡੇ 'ਚ। ਉਹ ਦਿਲ ਦੇ ਵਿੱਚ ਕਿਵੇਂ ਤੁਹਾਡੇ ਵਿਚਾਰ ਆਏ, ਕੀ ਸੋਚ ਵਿਚਾਰ 'ਚ ਉਸ ਵੇਲੇ ਪਏ ਹੋਏ ਸੀ ਤੁਸੀਂ? ਦੇਖੋ, ਗੱਲ ਇਹ ਹੈ ਅਮਨ ਜੀ, ਮੋਹਨ ਜੀ, ਵੀ ਜਿਹੜਾ ਅੱਜ ਦੇਸ਼ ਬਹੁਤ ਵੱਡੇ ਸੰਕਟ 'ਚ ਹੈ, ਉਹ ਕਿਸਾਨੀ ਤਾਂ ਬਹੁਤ ਵੱਡਾ ਘੋਲ ਲੜ ਰਹੀ ਹੈ। ਮੈਂ ਉਹ ਘੋਲ ਤਾਂ ਲੜ ਨਹੀਂ ਸਕਦਾ, ਮੈਂ ਇੰਨੀ ਮੇਰੇ ਕੋਲ ਹਿੰਮਤ ਨਹੀਂ ਹੈ। ਮੇਰੀ ਉਮਰ ਰਾਜੇਵਾਲ ਜੋ 6 ਸਾਲ ਛੋਟੀ ਹੈ, ਪਰ ਮੈਂ ਉਹਨਾਂ ਜਿੰਨਾ ਨਹੀਂ ਕਰ ਸਕਦਾ। ਪਰ ਮੈਂ ਇਹ ਤਾਂ ਕਰ ਸਕਦਾ ਵੀ ਚੰਗਾ ਮੈਨੂੰ ਅਰੈਸਟ ਕਰ ਲਓ, ਜੇਲ੍ਹ 'ਚ ਲੈ ਜਾਓ, ਤੁਸੀਂ ਇਹ ਦਿਨ ਦਿਓ, ਗੋਲੀ ਮਾਰਨੀਆਂ ਮਾਰੋ, ਮੈਂ ਜ਼ਮਾਨਤ ਵੀ ਨਹੀਂ ਕਰਾਉਂਦਾ ਕਿਉਂਕਿ ਤੁਸੀਂ ਨਜਾਇਜ਼ ਕਰ ਰਹੇ ਹੋ। ਇਹ ਤਾਂ ਮੈਂ ਕਰ ਹੀ ਸਕਦਾ ਨਾ। ਸੋ ਮੈਂ ਇਹ ਤਾਂ ਕਿਹਾ ਕਿ ਮੈਂ ਕਰਨ ਨੂੰ ਤਿਆਰ ਹਾਂ। ਅਰੇ ਕੋਈ ਐ ਨਹੀਂ ਵੀ ਮੈਂ ਉਹ ਦਮਕ ਜਾ ਮਾਰਿਆ, ਕਿਉਂਕਿ ਮੈਂ ਕੋਲੇ ਸਿਆਸਤਦਾਨ, ਤੁਸੀਂ ਜਾਣਦੇ ਹੋ। ਮੈਂ ਤਾਂ ਜੋ ਕਹਿਣੀ ਤੇ ਕਥਨੀ 'ਚ ਕਦੇ ਫਰਕ ਨਹੀਂ ਹੋਏਗਾ। ਜੋ ਕਹਿਤਾ ਉਹ ਕਰਾਂਗਾ। ਅੱਜ ਹੁਣ ਅਰੈਸਟ ਕਰ ਲੈਣ, ਜੇ ਜ਼ਮਾਨਤ ਕਰਾ ਗਿਆ ਤਾਂ ਕਹਿ ਦਿਓ, ਜੇ ਉਹਨਾਂ ਦੇ ਈਨ ਮੰਨ ਗਿਆ ਤਾਂ ਕਹਿ ਦਿਓ, ਜੇ ਉਹਨਾਂ ਨੂੰ ਇਹ ਕਹਿਤਾ ਵੀ ਨਹੀਂ ਤੁਸੀਂ ਠੀਕ ਹੋ ਤਾਂ ਕਹਿ ਦਿਓ। ਇਹੀ ਕਹਾਂਗਾ ਤੁਸੀਂ ਗਲਤ ਹੋ, ਤੁਸੀਂ ਜ਼ਾਲਮ ਹੋ, ਤੁਸੀਂ ਜ਼ੁਲਮ ਕਰ ਰਹੇ ਹੋ, ਤੁਸੀਂ ਲੋਕਾਂ ਦੀ ਰੋਜੀ ਰੋਟੀ ਖੋ ਰਹੇ ਹੋ, ਤੁਸੀਂ ਕਿਸਾਨ ਦੀ ਜ਼ਮੀਨ ਖੋ ਰਹੇ ਹੋ, ਤੇ ਤੁਸੀਂ ਜ਼ੁਲਮ ਕਰ ਰਹੇ ਹੋ ਤੇ ਮੈਂ ਲੜ ਰਿਹਾ। ਤੁਸੀਂ ਜ਼ਾਬਰ ਹੋ, ਜ਼ਾਬਰ ਬਥੇਰੇ ਆਏ। ਜੇ ਭਾਈ ਧਾਰੋਵਾਲੀ ਜੀ ਨੂੰ
ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ, ਮੈਨੂੰ ਕੀ ਕਰਨਗੇ? ਇਦੋਂ ਵੱਧ ਤਾਂ ਕੁਝ ਨਹੀਂ ਕਰ ਸਕਦੇ ਨਾ, ਤੇ ਫਿਰ ਕਰ ਲੈਣ। ਸਾਡਾ ਪੰਜਾਬੀਆਂ ਦਾ ਵਿਰਸਾ ਹੈ, ਸਿੱਖਾਂ ਦਾ ਵਿਰਸਾ ਹੈ, ਸਾਡਾ ਇਤਿਹਾਸ ਹੈ ਕਿ ਅਸੀਂ ਕੁਰਬਾਨੀਆਂ ਤੋਂ, ਸ਼ਾਂਤਮਈ ਸਟਰਗਲ ਦੇ ਵਿੱਚ ਕੁਰਬਾਨੀਆਂ ਤੋਂ ਅਸੀਂ ਡਰਦੇ ਨਹੀਂ। ਗਰਗ ਸਾਹਿਬ, ਜੇ ਗੱਲ ਕਰੀਏ ਆਪਾਂ 1907 ਦੇ ਵਿੱਚ ਜਦੋਂ ਪਗੜੀ ਸੰਭਾਲ ਮੁਹਿੰਮ ਚੱਲੀ ਤੇ ਸਰਦਾਰ ਅਜੀਤ ਸਿੰਘ ਜੀ ਨੇ ਉਹਨਾਂ ਦੀ ਅਗਵਾਈ ਵੀ ਕੀਤੀ, ਤੇ ਉਸ ਵੇਲੇ ਦੀ ਜਿਹੜੀ ਗੋਰੀ ਸਰਕਾਰ ਸੀ ਉਹ 3 ਮਹੀਨਿਆਂ ਦੇ ਵਿੱਚ ਹੀ ਡੋਲ ਗਈ ਸੀ, ਪੈਰ ਉਹਨਾਂ ਦੇ ਉਖੜ ਗਏ ਸੀ। ਉਸ ਵੇਲੇ ਖੇਤੀ ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਪਏ ਸੀ, ਪਰ ਨਰਿੰਦਰ ਮੋਦੀ ਦੀ ਸਰਕਾਰ ਨੇ ਗੋਰੀ ਸਰਕਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਾਲੇ ਤੱਕ ਪੈਰ ਨਹੀਂ ਹਿੱਲੇ, 6 ਮਹੀਨੇ ਹੋ ਚੱਲੇ ਨੇ। ਨਹੀਂ, ਇਸ ਤਰ੍ਹਾਂ ਨਹੀਂ ਹੈ ਵੀ ਜਿਹੜੀ ਉਹ ਸਰਕਾਰ ਸੀ ਉਹਦੇ 'ਚ ਕੁਝ ਰੈਸ਼ਨੈਲਿਟੀ ਸੀ। ਫਿਰ ਵੀ ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਸੀ ਵੀ ਮੈਂ ਕੋਈ ਆਇਆ ਨਹੀਂ ਹੈ, ਮੈਂ ਇਹ ਸ਼ਾਂਤਮਈ ਸਟਰਗਲ ਇਸ ਕਰਕੇ ਕਰ ਰਿਹਾ ਕਿ ਅੰਗਰੇਜ਼ਾਂ ਦਾ ਇਤਿਹਾਸ ਇੰਨਾ ਕੁ ਹੈ, ਉਹ ਸ਼ਾਂਤਮਈ ਸਟਰਗਲ ਦੀ ਕੀਮਤ ਸਮਝਦੇ ਨੇ। ਸੋ ਜਿਹੜੇ ਬੰਦੇ ਨੂੰ ਕੀਮਤ ਨਾ ਪਤਾ ਹੋਵੇ, ਜੇ ਕਿਸੇ ਨੂੰ ਮਤਲਬ ਹੀਰਾ ਲੱਭ ਗਿਆ ਤੇ ਉਹਨੇ ਗਲੇ 'ਚ ਪਤਾ ਵੀ ਚਾਨਣ ਹੁੰਦਾ ਹੈ, ਕਿਉਂਕਿ ਵਿਚਾਰੇ ਨੂੰ ਪਰਖ ਨਹੀਂ ਸੀ। ਸੋ ਇਹ ਜਿਹੜੀ ਸਾਡੀ ਸਰਕਾਰ ਹੈ, ਇਹਨੂੰ ਸ਼ਾਂਤਮਈ ਸਟਰਗਲ ਦੀ ਪਰਖ ਨਹੀਂ ਹੈ। ਇਹਨਾਂ ਨੇ ਕਦੇ ਜੀਵਨ ਦੇ ਵਿੱਚ ਸੰਘਰਸ਼ ਕਰਿਆ ਹੀ ਨਹੀਂ। ਇਹਨਾਂ ਨੇ ਮੰਦਰ ਢਾਏ ਨੇ, ਇਹਨਾਂ ਨੇ ਮਸਜਿਦਾਂ ਨਾਂ ਦੇ ਢਾਏ ਨੇ, ਇਹਨਾਂ ਨੇ ਲੋਕਾਂ ਦਾ ਕਤਲੇਆਮ ਕਰਿਆ ਹੈ। ਇਹਨਾਂ ਨੇ ਕਦੇ ਇਨਸਾਫ ਦੀ ਗੱਲ ਨਹੀਂ ਕਰੀ। ਇਹ ਅੰਗਰੇਜ਼ਾਂ ਦੇ ਨਾਲ ਖੜੇ ਰਹੇ ਨੇ। ਆਜ਼ਾਦੀ ਦੀ ਲੜਾਈ ਦੇ ਵਿੱਚ ਇਹਨਾਂ ਦੇ 2 ਬੰਦੇ ਅਰੈਸਟ ਹੋਏ ਸੀ। ਇੱਕ ਅਟਲ ਬਿਹਾਰੀ ਵਾਜਪਾਈ ਜੀ, ਉਹ ਤਾਂ ਕਹਿੰਦੇ ਦੇਖੋ ਮੈਂ ਤਾਂ ਐਵੇਂ ਪਾਸੇ ਖੜਾ ਸੀ, ਮੈਨੂੰ ਤਾਂ ਤੁਸੀਂ ਐਵੇਂ ਹੀ ਅਰੈਸਟ ਕਰ ਲਿਆ। ਤੇ ਇੱਕ ਇਹਨਾਂ ਦਾ ਵੱਡੇ ਜਿਹਦੀ ਉੱਥੇ ਲਾ ਰਹੇ ਨੇ ਬੁੱਤ, ਵੀਰ ਸਵਰਕਰ ਜਿਹਨੂੰ ਕਹਿੰਦੇ ਨੇ, ਉਹਨੇ ਬਾਰ-ਬਾਰ ਮਾਫੀਆਂ ਮੰਗੀਆਂ ਸੀ ਤੇ ਰਿਟਨ ਪਈਆਂ ਨੇ, ਆਰਕਾਈਵਸ ਦੇ ਵਿੱਚ ਪਈਆਂ ਨੇ। ਉਸੇ ਜੇਲ੍ਹ ਦੇ ਵਿੱਚ, ਸੈਲੂਲਰ ਜੇਲ੍ਹ ਦੇ ਵਿੱਚ ਭਗਤ ਸਿੰਘ ਸੀਗਾ, ਉਸੇ 'ਚ ਰਾਜਗੁਰੂ ਸੁਖਦੇਵ ਸੀਗੇ, ਉਸੇ 'ਚ ਹੀ ਹੋਰ ਗਦਰੀ ਬਾਬੇ ਸੀਗੇ। ਉਹਨਾਂ ਨੇ ਤਾਂ ਕੋਈ ਮਾਫੀਆਂ ਨਹੀਂ ਮੰਗੀਆਂ। ਸੋ ਇਹ ਮਾਫੀਆਂ ਮੰਗਣ ਵਾਲੇ, ਇਹ ਲੋਕਾਂ ਤੇ ਜ਼ੁਲਮ ਕਰਨ ਵਾਲੇ, ਇਹ ਪਿੱਠ ਤੇ ਵਾਰ ਕਰਨ ਵਾਲੇ, ਇਹ ਸਾਹਮਣੇ ਨਹੀਂ ਲੜਾਈ ਕਰ ਸਕਦੇ। ਆ ਤੁਸੀਂ ਹੁਣ ਵੀ ਕਿਸਾਨੀ ਅੰਦੋਲਨ ਦੇਖਿਆ, ਪੁਲਿਸ ਦੇ ਸਹਾਰੇ ਚਾਹੁੰਦੇ ਨੇ, ਆ ਕੇ ਫਿਰ ਹਮਲਾ ਕਰਦੇ ਨੇ, ਆਪਦਾ ਰੂਪੋਸ਼ ਹੋ ਕੇ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਕੇ ਲਿਆਉਂਦੇ ਨੇ। ਜਿਹੜਾ ਸੂਰਾ ਹੁੰਦਾ ਹੈ ਉਹ ਸਾਹਮਣੇ ਲੜਦਾ ਹੈ, ਉਹ ਪਿੱਠ 'ਚ ਨਹੀਂ ਵਾਰ ਕਰਦਾ, ਉਹ ਛਾਤੀ ਤੇ ਵਾਰ ਕਰਦਾ ਤੇ ਛਾਤੀ ਤੇ ਵਾਰ ਚੱਲਦਾ ਹੈ। ਸੋ ਬਾਬਾ ਅਜੀਤ ਸਿੰਘ ਨੇ ਕਿਹਾ ਸੀ, ਇਹ ਅਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਨੇ, अजीत हूँ नाम का जीत के आऊँगा और जीता ना तो जीता नहीं आऊँगा। सो ये वो लोग ने ਜਿਹੜੇ ਉੱਥੇ ਬੈਠੇ ਨੇ, ਜਿਹੜੇ ਕਹਿੰਦੇ ਨੇ ਅਸੀਂ ਗੋਲੀ ਖਾ ਸਕਦੇ ਹਾਂ, ਛਾਤੀ ਤੇ ਗੋਲੀ ਖਾਵਾਂਗੇ, ਪਿੱਠ ਤੇ ਨਹੀਂ ਖਾਵਾਂਗੇ, ਤੇ ਮਾਰਾਂਗੇ ਵੀ ਛਾਤੀ ਤੇ ਪਿੱਠ ਤੇ ਨਹੀਂ ਮਾਰਾਂਗੇ, ਭੱਜੇ ਜਾਂਦੇ ਤੇ ਨਹੀਂ ਵਾਰ ਕਰਦੇ। ਸੋ ਇਹਨਾਂ ਨੂੰ ਵਿਚਾਰਨ ਕੀ ਪਤਾ ਹੈ। ਸੋ ਗਰਗ ਸਾਹਿਬ, ਮੈਂ ਜਾਣਨਾ ਚਾਹੁੰਦਾ, ਜਿਵੇਂ ਅੱਜ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਪਗੜੀ ਸੰਭਾਲ ਜੱਟਾ ਦੇਸ਼ ਭਰ ਦੇ ਵਿੱਚ, ਕੀ ਲੱਗਦਾ ਹੈ ਕਿ ਕੀ ਕੇਂਦਰ ਸਰਕਾਰ ਦੇ ਉੱਤੇ ਪ੍ਰਭਾਵ ਛੱਡਣਗੇ ਇਹ ਪ੍ਰੋਗਰਾਮ? ਇਸ ਤੋਂ ਪਹਿਲਾਂ ਹੀ ਖੇਤੀਬਾੜੀ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਭੀੜਾਂ ਇਕੱਠੀਆਂ ਕਰਨ ਦੇ ਨਾਲ ਕੋਈ ਕਾਨੂੰਨ ਰੱਦ ਨਹੀਂ ਹੁੰਦੇ। ਅੱਜ ਫਿਰ ਵੱਡੇ ਪੱਧਰ ਦੇ ਉੱਤੇ ਲੋਕ ਇਕੱਠੇ ਹੋ ਰਹੇ ਨੇ ਦੇਸ਼ ਦੇ ਵਿੱਚ। ਦੇਖੋ, ਇਹ ਮੇਰੇ ਕਹਿਣ ਦੀ ਲੋੜ ਹੀ ਨਹੀਂ। ਖੇਤੀਬਾੜੀ ਮੰਤਰੀ ਕਿੰਨਾ ਗਲਤ ਬਿਆਨੀ ਕਰਦੇ ਨੇ। ਪਹਿਲਾਂ ਕਹਿੰਦੇ ਸੀ ਵੀ ਇਹ ਕਾਲਾ ਕੁਛ ਨਹੀਂ ਸੀ। ਪਾਰਲੀਮੈਂਟ 'ਚ ਜਿਹੜਾ ਬੰਦਾ ਯਾਰ ਪਾਰਲੀਮੈਂਟ 'ਚ ਖੜਾ ਹੋ ਕੇ ਝੂਠ ਬੋਲਦੇ, ਲੋਕ ਸਭਾ 'ਚ ਰਾਜ ਸਭਾ ਝੂਠ ਬੋਲਦੇ, ਉਹਨੂੰ ਕੀ ਕਹਿ ਸਕਦੇ ਆ। 11 ਮੀਟਿੰਗਾਂ 'ਚ ਆਪੇ ਮੰਨੇ ਵੀ ਹਾਂ, ਅਮਿਤ ਸ਼ਾਹ ਨੇ ਹਾਜ਼ਰ 'ਚ ਮੰਨਿਆ ਵੀ ਹਾਂ ਗਲਤੀ ਹੋਈ ਹੈ। ਇਹ ਕਹਿੰਦਾ ਸਾਨੂੰ ਦੱਸਿਆ ਹੀ ਕੁਛ ਨਹੀਂ, ਜਿਹੜਾ ਇੰਨਾ ਝੂਠ ਬੋਲ। ਫਿਰ ਇਹ ਕਹਿੰਦੇ 4 ਬੰਦੇ ਨੇ, ਹੁਣ ਇਹਨਾਂ ਨੂੰ ਦੇਖ ਲਾ ਭੀੜ ਹੀ ਨਹੀਂ ਹੈ। ਹੁਣ ਇਹ ਤਾਂ ਮੰਨਣ ਲੱਗ ਗਏ ਨਾ ਵੀ ਭੀੜ ਬਹੁਤ ਹੈ। ਇਹ ਕਹਿੰਦੇ ਭੀੜਾਂ ਇਕੱਠੀਆਂ ਕਰਕੇ, ਇਹ ਭੀੜ ਉਹ ਹੈ ਜਿਹੜੀ ਤੁਹਾਡਾ ਤਖਤਾ ਹਿਲਾਏਗੀ, ਪਰ ਇਹ ਭੀੜ ਉਹੀ ਜੀ ਭੀੜ ਨਹੀਂ ਜਿਹੜੀ ਬਾਬਰੀ ਮਸਜਿਦ ਢਾਹੇ। ਇਹ ਬਾਬਰੀ ਮਸਜਿਦ ਢਾਉਣ ਵਾਲੀ ਭੀੜ ਨਹੀਂ ਹੈ। ਇਹ ਹਮਲੇ ਧਾਰਮਿਕ ਸਥਾਨਾਂ ਤੇ ਹਮਲੇ ਕਰਨ ਵਾਲੀ ਭੀੜ ਨਹੀਂ ਹੈ। ਇਹ ਭੀੜ ਉਹ ਹੈ ਜਿਹੜੀ ਤਖਤਾ ਉਲਟਾਏਗੀ ਤੁਹਾਡਾ, ਤੇ ਉਲਟਾਏਗੀ ਹੈ। ਮੈਂ ਤੁਹਾਨੂੰ ਅੱਜ ਦੱਸਣਾ, ਵਿਦਿਆਰਥੀਆਂ ਦਾ ਅੰਦੋਲਨ ਸ਼ੁਰੂ ਹੋ ਗਿਆ, ਪੋਲੀਟੀਕਲ ਪਾਰਟੀਆਂ ਹੁਣ ਬੋਲਣ ਲੱਗ ਗਈਆਂ। ਜਿੱਦੇ ਫੈਡਰਲਿਜ਼ਮ ਦੀ ਲੜਾਈ ਸ਼ੁਰੂ ਹੋ ਗਈ ਕਿ ਸਾਡੇ ਸੂਬਿਆਂ ਦੇ ਅਧਿਕਾਰ ਨੇ, ਉਹਦੇ ਦੇਖੋ ਕੀ ਹੁੰਦਾ ਫਿਰ। ਇਹ ਭੁਲੇਖਾ ਇਹਨਾਂ ਨੂੰ ਅਜੇ। ਇਹਨਾਂ ਨੇ ਸਾਰੇ ਜੀਵਨ ਦੇ ਵਿੱਚ ਨਾ ਇਹ ਆਪਦੇ ਇਤਿਹਾਸ ਤੋਂ ਸਿੱਖਦੇ ਨੇ। ਇੱਥੇ ਕੰਸ ਵੀ ਸੀਗਾ, ਇੱਥੇ ਹਰਨਾਕਸ਼ ਵੀ ਸੀਗਾ, ਤੇ ਇੱਥੇ ਵੱਡੇ ਵੱਡੇ ਐਸੇ ਲੋਕ ਆਏ ਨੇ ਜਿਹੜੇ ਕਾਰੂ ਵਰਗੇ, ਜਿਨ੍ਹਾਂ ਨੇ ਮੁਰਦਿਆਂ ਦੇ ਮੂੰਹ ਚੋਂ ਪੈਸੇ ਕੱਢੇ ਸੀ, ਗਏ ਉਹ ਵੀ ਚਲੇ। ਧਰੂ ਪ੍ਰਹਲਾਦ ਅੱਜ ਵੀ ਜਿੰਦੇ ਨੇ, ਇਹ ਭੁਲੇਖੇ 'ਚ ਨੇ। ਸੋ ਸਾਡਾ ਤਾਂ ਹਾਲ ਹੈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਕਿਹਦੇ ਵਿਚਾਰ ਨੇ? ਇਹਨਾਂ ਨੂੰ ਸਮਝ ਨਹੀਂ ਆਉਂਦੀ। ਅਹਿਮਦ ਸ਼ਾਹ ਅਬਦਾਲੀ ਨੂੰ ਸਮਝ ਆ ਗਈ ਸੀ ਜਦੋਂ ਉਹਨੇ ਪੁੱਛਿਆ ਵੀ ਇਹ ਜੰਗਲਾਂ 'ਚ ਰਹਿ ਕੇ ਇਹ ਕੌਣ ਨੇ ਜਿਹੜੇ ਸਾਡੇ ਤੇ ਵਾਰ ਕਰਕੇ ਸਾਡਾ ਲੁੱਟ ਕੇ ਲੈ ਜਾਂਦੇ ਨੇ, ਸਭ ਕੁਝ ਖੋਹ ਕੇ ਲੈ ਜਾਂਦੇ ਨੇ। ਉਹ ਕਹਿੰਦੇ ਜੀ ਇਹ ਸਿੱਖ ਨੇ। ਕਹਿੰਦਾ ਕਿੱਥੇ ਰਹਿੰਦੇ ਨੇ? ਕਹਿੰਦਾ ਜੰਗਲਾਂ 'ਚ ਰਹਿੰਦੇ ਨੇ। ਸੌਂਦੇ ਕਿੱਥੇ ਨੇ? ਕਹਿੰਦਾ ਘੋੜਿਆਂ ਦੀਆਂ ਪਿੱਠਾਂ 'ਤੇ। ਖਾਂਦੇ ਕੀ ਨੇ? ਕਹਿੰਦਾ ਪੱਤੇ ਕੰਧ ਮੂਲ ਚੁਣ ਕੇ। ਕਹਿੰਦਾ ਫਿਰ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਇਹ ਪੰਜਾਬੀ ਉਹ ਨੇ ਜਿਨ੍ਹਾਂ ਨੂੰ ਐਂ ਨਹੀਂ ਹਰਾਇਆ ਜਾ ਸਕਦਾ।
ਸਵਾਲ ਇਹ ਹੈ ਵੀ ਜਿਹੜੇ ਸਾਡੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਸਿਰਫ ਇਹੀ ਨਹੀਂ ਵੀ ਮੈਂ ਸਿੱਖਾਂ, ਉਹਨਾਂ ਨੂੰ ਸਿੱਖੀ ਦੀ ਹਿਸਟਰੀ, ਸਿੱਖੀ ਦੇ ਵਿੱਚ ਕੁਰਬਾਨੀ, ਸਿੱਖੀ ਦੇ ਵਿੱਚ ਸ਼ਾਂਤਮਈ ਸਟਰਗਲ, ਸਿੱਖੀ ਦੇ ਵਿੱਚ ਗੱਲਬਾਤ ਦਾ ਰਸਤਾ। ਔਰੰਗਜ਼ੇਬ ਨੇ ਕਿੰਨੇ ਵਾਰੀ ਚਿੱਠੀਆਂ ਲਿਖੀਆਂ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਕੇ ਵੀ, ਮਾਤਾ ਗੁਜਰੀ ਦੀ ਸ਼ਹੀਦੀ ਤੋਂ ਬਾਅਦ ਵੀ, ਔਰੰਗਜ਼ੇਬ ਦੀ ਬੇਈਮਾਨੀ ਤੋਂ ਬਾਅਦ ਵੀ, ਮਾਛੀਵਾੜੇ ਦੇ ਜੰਗਲਾਂ 'ਚ ਪਿਆ ਮੇਰਾ ਗੁਰੂ ਲਿਖ ਰਿਹਾ ਹੈ, ਯਾਰੜੇ ਦਾ ਸਾਨੂੰ 70 ਚੰਗੇ ਰਾਹ ਭਟਕੇ ਲਿਆਂਦਾ ਰਹਿਣਾ, ਪਰ ਫਿਰ ਵੀ ਜੀਨਾ ਕਾਂਗੜ ਜਾ ਕੇ ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਦਿੱਤਾ ਜਾਂਦਾ ਹੈ ਵੀ ਆ ਜਾ ਤੁਝੇ ਗੱਲਬਾਤ ਕਰਨੀ ਹੈ, ਪਰ ਹੁਣ ਮੈਂ ਤੇਰੇ ਕੋਲ ਨਹੀਂ ਆਵਾਂਗਾ, ਤੂੰ ਆਏਂਗਾ। ਅੱਜ ਸਾਡੇ ਕਿਸਾਨ ਵੀ ਇਹੀ ਕਹਿੰਦੇ ਨੇ ਵੀ ਹੁਣ ਤੂੰ ਬਣਾਏਂਗਾ, ਅਸੀਂ ਨਹੀਂ ਕਹਾਂਗੇ। ਪਰ ਇਹ ਦੋਨੋਂ ਪੱਕਾ ਹੈ ਵੀ ਤੁਹਾਡੇ ਤੇ ਕੋਈ ਹਮਲਾ ਨਹੀਂ ਹੋਏਗਾ। ਨਰਿੰਦਰ ਤੋਮਰ ਉੱਥੇ ਆ ਜਾਏ, ਸਾਰੇ ਨੌਜਵਾਨ ਖੜੇ ਹੋਣਗੇ। ਜੇ ਨਰਿੰਦਰ ਤੋਮਰ ਨੂੰ ਕੋਈ ਹੱਥ ਲਾ ਗਿਆ ਤਾਂ ਮੇਰੀ ਗਰਦਨ ਕਲਮ ਕਰ ਦੇਣਾ। ਇਹੋ ਜਿਹੇ ਲੋਕ ਆ ਅਸੀਂ ਜਾਣਨਾ ਕਦ ਕੀ ਕਰਨਾ ਹੈ। ਸੋ ਇਹਨੂੰ ਆਉਣਾ ਪਏਗਾ, ਇਹਨਾਂ ਨੂੰ ਅਸਲੀ ਫੈਸਲਾ ਕਰਨਾ ਪਏਗਾ ਕਿਉਂਕਿ ਬੇਇਨਸਾਫੀ ਹੈ। ਅਖੀਰ 'ਚ ਦੱਸੋ ਅੱਜ ਦੇ ਜਿਹੜੇ ਪ੍ਰੋਗਰਾਮ ਹੈਗੇ ਨੇ ਕੀ ਛਾਪ ਛੱਡ ਕੇ ਜਾਣਗੇ? ਇਹ ਬਹੁਤ ਵੱਡੀ, ਇਹ ਸਾਡਾ ਇਤਿਹਾਸ ਯਾਦ ਕਰਾ ਰਹੇ ਨੇ ਕਿ ਉਦੋਂ ਵੀ ਤੁਸੀਂ ਤੇ 3 ਮਹੀਨੇ ਕਹਿੰਦੇ ਹੋ, ਅਸਲ 'ਚ 9 ਮਹੀਨੇ ਲੱਗੇ ਸੀ ਟੋਟਲ। 9 ਮਹੀਨੇ ਨਵੰਬਰ 'ਚ ਜਾ ਕੇ, ਮਾਰਚ 'ਚ ਸ਼ੁਰੂ ਹੋਇਆ ਸੀ, ਨਵੰਬਰ 'ਚ ਚਾਚਾ ਅਜੀਤ ਸਿੰਘ ਨੂੰ ਤੇ ਲਾਲਾ ਲਾਜਪਤ ਰਾਏ ਤੋਂ ਰਿਹਾ ਕਰਿਆ ਗਿਆ ਸੀ। ਸੋ 9 ਮਹੀਨਿਆਂ ਦੇ ਵਿੱਚ ਬਿਲਕੁਲ 3 ਕਾਨੂੰਨ ਇਹੋ ਜਿਹੇ ਕਾਨੂੰਨ ਸੀਗੇ, 3 ਖੇਤੀ ਦੇ ਨਾਲ ਹੀ ਸੰਬੰਧ ਸੀ, ਜ਼ਮੀਨ ਖੋਹਣ ਵਾਲੇ ਕਾਨੂੰਨ ਸੀਗੇ, ਕਿਸਾਨਾਂ ਨੂੰ ਤੰਗ ਕਰਨ ਵਾਲੇ ਕਾਨੂੰਨ ਸੀ, ਉਹਨੂੰ ਵਾਪਸ ਲੈਣੇ ਪਏ ਸੀ, ਇਹਨੂੰ ਵੀ ਲੈਣੇ ਪੈਣਗੇ। ਸੋ ਇਹ ਸਨ ਡਾਕਟਰ ਪਿਆਰੇ ਲਾਲ ਗਰਗ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਖੇਤੀ ਕਾਨੂੰਨ ਹੈਗੇ ਨੇ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪੈਣਗੇ। ਇਹ ਜਿਹੜਾ ਅੰਦੋਲਨ ਹੈ ਖਾਸ ਤੌਰ ਤੇ ਅੱਜ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਦੇਸ਼ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਰੰਗ ਲੈ ਕੇ ਆਉਣਗੇ। ਕਲੈਪਿੰਗ ਨਾਲ ਕਰ ਦੋ, ਥੋੜਾ ਸਰੂਰ ਬਣਾ ਲੈਂਦਾ। ਕੋ ਲੰਗਰ ਦੀ ਮਿਲਦੀ ਨਾ ਕੋਈ ਵੀ ਮਿਸਾਲ, ਯਾਦ ਰਹੂ ਸਾਨੂੰ ਇਹ ਏਕਤਾ ਦਾ ਸਾਲ, ਸਭ ਨੂੰ ਸਮਝ ਹੁਣ ਆ ਗਈ ਏ, ਮੀਰਪੁਰੀ ਦੀ ਕਲਮ ਦਵੇ ਲਾ ਗਈ ਏ, ਸਾਨੂੰ ਮਿਲ ਜਾਣ ਸਾਡੇ ਹੱਕ ਦਿੱਲੀਏ, ਬੇਈਮਾਨੀ ਪਾਣੀ ਤੇਰਾ ਕਦੋਂ ਤੱਕ ਭਰੇਗੀ, ਗਿਣੇ ਨਾ ਟਰੈਕਟਰ ਜਾਣੇ ਦਿੱਲੀਏ, ਗਿਣਤੀ ਕਿਸਾਨਾਂ ਦੀ ਤੂੰ ਕਿੱਥੋਂ ਕਰੇਂਗੀ, ਗਿਣੇ ਨਾ ਟਰੈਕਟਰ ਜਾਣੇ ਦਿੱਲੀਏ, ਗਿਣੇ ਨਾ ਟਰੈਕਟਰ ਜਾਣੇ ਦਿੱਲੀਏ, ਗਿਣਤੀ ਕਿਸਾਨਾਂ ਦੀ ਤੂੰ ਕਿੱਥੋਂ ਕਰੇਂਗੀ। लबों पर हम सजा कर जय जवान निकले हैं, वतन पर मरने मिटने का लिए अरमान निकले हैं, लबों पर हम सजा कर जय जवान निकले हैं, वतन पर मरने मिटने का लिए अरमान निकले हैं। और जो मेरे किसान भाई बॉर्डर पर शहीद हो गए हैं, मैं उनकी नज़रिए शेयर कर रहा हूँ। अगर सच्चाई हो तो तालियों की आवाज़ जानी चाहिए दिल्ली तक। लबों पर हम सजा कर जय जवान निकले हैं, वतन पर मरने मिटने का लिए अरमान निकले हैं, वतन पर मरने मिटने का लिए अरमान निकले हैं। ये सरकारें घर तुली है अपनी जान लेने पर, हथेली पर सजा कर हम भी अपनी जान निकले हैं, हथेली पर सजा कर हम भी अपनी जान निकले हैं। और मैं उस देश की बात करने चला हूँ जिस देश के अंदर जज के कलम बिक जाएं, और अगर कोई सच्चाई कहे तो उसका रातों रात तबादला कर दिया जाता है। साहब सुनिएगा मेरे मिसरे को। वो जो ख्वाब थे मेरे जहन में, न मैं कह सका न मैं लिख सका, कि ज़बां मिली तो कटी हुई, कि कलम मिला तो बिका हुआ, कि ज़बां मिली तो कटी हुई, कि कलम मिला तो बिका हुआ। और दोस्तों, डॉक्टर राहत इंदौरी साहब इस दुनिया में नहीं रहे। उन्होंने एक दफा मुशायरे में कह दिया कि सरकार चोर है। उन्होंने मुशायरे में कह दिया कि सरकार चोर है। सुबह जो है उनको पुलिस ने पकड़ लिया, और पकड़ने के बाद उनसे पूछा गया, आपने रात कहा है मुशायरे के अंदर सरकार चोर है?
उसने कहा है साहब, मैंने ये थोड़े कहा कि इंडिया की सरकार चोर है, मैंने थोड़े कहा पाकिस्तान की सरकार भी चोर हो सकती है, अमेरिका की सरकार भी चोर हो सकती है, अफ्रीका की सरकार भी चोर हो सकती है। तो आगे से पुलिस ऑफिसर कहता है क्या हमें नहीं पता सरकार कहाँ की चोर है? तो सुनने वाली बात है दोस्तों, समझना होगा इस बात को। हालात बहुत नाजुक हैं, याद रखो जिस तरफ देश को ले जाया जा रहा है, अगर ट्रेन पटरी पर चढ़ गई और वो इस चीज में कामयाब हो गए तो याद रखो पीछे लौट के आना मुश्किल ही नहीं नामुमकिन हो जाएगा। कंधे से कंधा मिला करके आगे बढ़िए। अरे लाख हमारे बीच दुश्मनी होगी, लाख हमारे बीच लड़ाई होगी, लेकिन अब किसानों का मुद्दा नहीं बल्कि हिंदुस्तान को बचाने का मुद्दा है। आगे बढ़िए। योगराज सिंह सुपुत्र शहीद बाबा दीप सिंह जी की फतेह सारे कबूल करियो। वाहिगुरू जी का खालसा, वाहिगुरू जी की फतेह। जे आपां 1909 की गल करिए, ਜਦੋਂ ਭਗਤ ਸਿੰਘ ਜੀ ਪੈਦਾ ਨਹੀਂ ਸੀ ਹੋਏ, ਉਹਨਾਂ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ, ਉਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ ਨੇ ਅੰਗਰੇਜ਼ਾਂ ਦੇ ਖਿਲਾਫ ਇਹੀ ਅੰਦੋਲਨ ਚਲਾਇਆ ਸੀ। ਔਰ ਸ਼ਾਇਦ ਆਪਣੇ ਬੱਚਿਆਂ ਨੂੰ ਨਹੀਂ ਪਤਾ ਜਾਂ ਹਿਸਟਰੀ ਤੋਂ ਇਹਨੇ ਵਾਕਿਫ ਨਹੀਂ, ਇਹ ਸਾਡੀ ਬਦਨਸੀਬੀ ਹੈ ਕਿ ਅਸੀਂ ਆਪਣੀ ਹਿਸਟਰੀ ਯਾਦ ਨਹੀਂ ਰੱਖੀ। ਉਦੋਂ ਟ੍ਰੇਨਾਂ ਤੇ ਜਿੱਦਾਂ ਸ਼ੰਭੂ ਬਾਰਡਰ ਤੇ ਸਾਰੇ ਲੇਟੇ ਸੀ, ਲੋਕ ਇਸ ਤਰ੍ਹਾਂ ਹੀ ਲੇਟ ਗਏ ਸੀ ਤੇ ਅੰਗਰੇਜ਼ਾਂ ਨੇ ਟ੍ਰੇਨਾਂ ਚਲਾਤੀਆਂ ਸੀ ਤੇ 25,000 ਬੰਦਾ ਮਰਿਆ ਸੀ, ਸ਼ਹੀਦ ਹੋਇਆ ਸੀ। ਮੈਂ ਮਾਫ ਕਰ 9 ਮਹੀਨੇ ਉਹ ਅੰਦੋਲਨ ਚੱਲਦਾ ਰਿਹਾ। ਸਾਰੀਆਂ ਸਾਡੀਆਂ ਮਾਤਾਵਾਂ ਨੇ, ਭੈਣਾਂ ਨੇ, ਧੀਆਂ ਨੇ, ਬੱਚਿਆਂ ਨੇ ਅੰਦੋਲਨ ਦੇ ਵਿੱਚ ਭਾਗ ਲਿਆ ਤੇ 9 ਮਹੀਨੇ ਬਾਅਦ ਅੰਗਰੇਜ਼ਾਂ ਨੇ ਉਹ ਬਿੱਲ ਵਾਪਸ ਲਏ, ਲੈਣੇ ਪਏ। ਮੈਂ ਰਾਤ ਕਹਿੰਦਾ ਉਹ ਬਿੱਲ ਕਈ ਵਾਰੀ ਪਾਰਲੀਮੈਂਟ ਦੇ ਵਿੱਚ ਆਏ ਨੇ, ਪਾਰਟੀਸ਼ਨ ਤੋਂ ਬਾਅਦ ਵੀ ਆਏ ਨੇ। ਔਰ ਇਹ ਦੁੱਖ ਭਰੀ ਗੱਲ ਹੈ ਕਿ ਸਾਡੇ ਰਹਿਨੁਮਾ, ਸਾਡੇ ਲੀਡਰ, ਸਾਡੀਆਂ ਸਿਆਸੀ ਪਾਰਟੀਆਂ ਨੇ ਪਾਰਲੀਮੈਂਟ 'ਚ ਜਾ ਕੇ ਬਿੱਲ ਸਾਈਨ ਕੀਤੇ ਨੇ। ਆ ਜਿਹੜੇ ਹੁਣ ਗੱਜ ਵੱਜ ਕੇ ਪਾਰਲੀਮੈਂਟ 'ਚ ਬੋਲਦੇ ਆ ਨਾ, ਇਹ ਹੈ ਤੇ ਉਹ ਹੈ ਤੇ ਫਲਾਨਾ ਹੈ, ਇਹ ਜੇ ਕਿਤੇ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਬੋਲਿਆ ਹੁੰਦਾ ਤਾਂ ਨੌਬਤ ਨਹੀਂ ਸੀ ਆਉਂਦੀ। ਦੂਜੀ ਗੱਲ, ਜਿਸ ਘਰ ਨੂੰ ਆਪਣੀ ਹਿਸਟਰੀ ਦਾ ਨਹੀਂ ਪਤਾ, ਜਿਸ ਸ਼ਹਿਰ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ, ਜਿਸ ਦੇਸ਼ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ, ਉਹ ਦੇਸ਼ ਦੀਆਂ ਰਗਾਂ, ਉਸ ਦੇਸ਼ ਦੀਆਂ ਨੀਹਾਂ, ਉਸ ਪਰਿਵਾਰ, ਉਹ ਖਾਨਦਾਨ ਤਬਾਹ ਹੋ ਜਾਇਆ ਕਰਦੇ ਨੇ। ਕਿਉਂਕਿ ਹਿਸਟਰੀ ਇਸ ਕਰਕੇ, ਇਤਿਹਾਸ ਇਸ ਕਰਕੇ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਦਾਦੇ ਪੜਦਾਦੇ ਨੇ ਤੁਹਾਡੇ ਵਾਸਤੇ ਕੀ ਕੀਤਾ। ਅੱਜ ਦਾ ਅੰਦੋਲਨ ਮੈਂ ਤੁਹਾਡੇ ਚਰਨਾਂ 'ਚ ਨਮਸਕਾਰ ਕਰਦਾ। ਜਿੱਦਣ ਪਹਿਲੇ ਦਿਨ ਮਾਈਕ ਫੜਿਆ ਸੀ, ਬੋਲਣਾ ਮੈਨੂੰ ਅੱਜ ਵੀ ਨਹੀਂ ਆਉਂਦਾ ਕਿਉਂਕਿ ਮੇਰਾ ਉੱਪਰ ਵਾਲਾ ਲੈਪਟਾਪ ਕੰਮ ਨਹੀਂ ਕਰਦਾ, ਝੂਠ ਹੀ ਬੋਲਦਾ ਹਮੇਸ਼ਾ ਤੇ ਮੈਂ ਦਿਲੋਂ ਗੱਲ ਕਰਦਾ। ਦਿਲੋਂ ਕੀ ਮੈਂ ਕਹਿਣਾ ਮੈਨੂੰ ਨਹੀਂ ਪਤਾ, ਪਰ ਮੈਂ ਕਹਿ ਦਿੰਦਾ। ਮੈਂ ਟਾਹਲਾ ਸਾਹਿਬ ਗੁਰਦੁਆਰੇ ਬੈਠਾ ਸੀ, ਬਾਬਾ ਦਰਸ਼ਨ ਸਿੰਘ ਜੀ ਨੇ ਮੈਨੂੰ ਆਖਿਆ ਬੇਟਾ ਬਹਿ ਜਾ ਇੱਥੇ, ਗੁਰੂ ਘਰ ਨੇ ਤੇ ਤੋਂ ਬਹੁਤ ਸੇਵਾਵਾਂ ਲੈਣੀਆਂ, ਅਜੇ ਪੰਜਾਬ ਦੀ ਧਰਤੀ ਦਾ ਬੋਝ ਤੇਰੇ ਤੇ ਬਹੁਤ ਆਉਣਾ। ਤੇ ਮੈਂ ਕਿਹਾ ਬਾਬਾ ਜੀ ਹੁਣ ਤੇ ਦਾੜਾ ਚਿੱਟਾ ਹੋ ਗਿਆ, ਵੇਲਾ ਰੱਬ ਨੂੰ ਮਿਲਣ ਦਾ, ਤੁਸੀਂ ਮੈਨੂੰ ਕਿਹੜੇ ਕੰਮ ਪਾ ਚੱਲੇ ਹੋ? ਕਹਿੰਦੇ ਨਹੀਂ, ਇਹ ਗੁਰੂ ਘਰ ਦਾ ਹੁਕਮ ਹੈ। ਉਦੋਂ ਬਿੱਲ ਨਹੀਂ ਸੀ ਆਏ। ਮੈਂ ਉੱਥੋਂ ਚੱਲਿਆ, ਘਰ ਆ ਗਿਆ। ਮੈਂ ਕਿਹਾ ਜੀ ਮੈਂ ਕੀ ਬੋਲਾਂ, ਕੀ ਦੱਸਾਂ ਨੌਜਵਾਨ ਪੀੜ੍ਹੀ ਨੂੰ, ਮਾਵਾਂ ਧੀਆਂ ਭੈਣਾਂ ਨੂੰ ਕੀ ਆਖਾਂ? ਉਹ ਕਹਿੰਦੇ ਜੋ ਤੂੰ ਆਖੇਗਾ ਬੁਲੰਦ ਹੋਏਗਾ, ਗੁਰੂ ਦੀ ਕਿਰਪਾ ਹੋਏਗੀ। ਲੇਕਿਨ ਮੈਂ ਇੱਕ ਚੀਜ਼ ਮਿੱਥ ਕੇ ਚੱਲਿਆ ਸੀ ਕਿ ਨੌਜਵਾਨਾਂ ਨੂੰ ਇਹ ਦੱਸਣਾ ਕਿ ਹਰੀ ਸਿੰਘ ਨਲੂਆ ਕੌਣ ਸੀ, ਇਹ ਦੱਸਣਾ ਜਨਰਲ ਜ਼ੋਰਾਵਰ ਸਿੰਘ ਕੌਣ ਸੀ, ਇਹ ਦੱਸਣਾ ਅਕਾਲੀ ਫੂਲਾ ਸਿੰਘ ਕੌਣ ਸੀ, ਇਹ ਦੱਸਣਾ ਮਾਈ ਭਾਗੋ ਕੌਣ ਸੀ, ਇਹ ਦੱਸਣਾ 10ਵੇਂ ਪਾਤਸ਼ਾਹ ਕੌਣ ਸੀ, ਸਾਡੇ ਗੁਰੂ ਕੌਣ ਸੀ, ਸਾਡੇ ਪੀਰ ਪੈਗੰਬਰ ਕੌਣ ਸੀ, ਸਾਡੇ ਰਿਸ਼ੀ ਮੁਨੀ ਕੌਣ ਸੀ। ਅਫਸੋਸ ਦੀ ਗੱਲ ਇਹ ਹੈ ਮੇਰੀ ਮਾਤਾਵੋ, ਮੇਰੀਆਂ ਭੈਣਾਂ, ਤੁਸੀਂ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ। ਤੁਸੀਂ ਜਨਨੀ ਹੋ, ਤੁਹਾਡੀ ਕੁੱਖ ਚੋਂ ਰਿਸ਼ੀ ਮੁਨੀ ਪੈਦਾ ਹੋਏ, ਪੀਰ ਪੈਗੰਬਰ ਪੈਦਾ ਹੋਏ, ਮਹਾਨ ਯੋਧਿਆਂ ਨੂੰ ਤੁਸੀਂ ਜਨਮ ਦਿੱਤਾ।
ਉਹ ਜੋਧੇ ਇਸ ਕਰਕੇ ਬਣੇ ਕਿਉਂਕਿ ਮਾਤਾਵਾਂ ਆਪਣੇ ਕੁੱਖ ਦੇ ਵਿੱਚ ਇਹ ਕਹਿੰਦੀਆਂ ਹੁੰਦੀਆਂ ਸੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਬੋਲੋ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ। ਇਸ ਕਰਕੇ ਜੋਧੇ ਪੈਦਾ ਹੋਏ ਸੀ ਤੇ ਪੰਜਾਬ ਦਾ ਰਾਜ ਉਸ ਤਿੱਬਤ ਤੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਤੇ ਕੰਧਾਰ ਤੱਕ ਬਣਿਆ। ਅੱਜ ਪੰਜਾਬ ਐਡਾ ਛੋਟਾ ਕਿਉਂ ਰਹਿ ਗਿਆ? ਇਹ ਸਵਾਲ ਵੀ ਮੈਂ ਤੁਹਾਡੇ ਛੱਡ ਕੇ ਜਾ ਰਿਹਾ ਸਾਰੇ ਅੱਜ। ਲੇਕਿਨ ਜਿਸ ਅਕਾਲ ਪੁਰਖ ਨੇ ਉਸ ਮਹਾਕਾਲ ਨੇ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਜਨਮ ਦਿੱਤਾ। ਦੇਖੋ ਆਸ਼ੀਰਵਾਦ ਸਿਰ ਉਸ ਅਕਾਲ ਪੁਰਖ ਦਾ ਵੀ ਉਸ ਔਰਤ ਦੇ ਸਾਹਮਣੇ ਝੁਕਦਾ ਕਿਉਂਕਿ ਬ੍ਰਹਮੰਡ ਦੀ ਸਿਰਜਣਾ ਤੁਹਾਡੀ ਕੁੱਖ 'ਚ ਹੋਈ ਹੈ। ਮਹਾਨ ਹੋ ਤੁਸੀਂ, ਤੁਹਾਡੇ ਚਰਨਾਂ 'ਚ ਪ੍ਰਣਾਮ। ਲੇਕਿਨ ਆਪਾਂ ਆਪਣੀਆਂ ਡਿਊਟੀਆਂ ਪੂਰੀਆਂ ਨਹੀਂ ਕਰਦੇ। ਮੈਂ ਸ਼ਰਤ ਲਾ ਕੇ ਕਹਿੰਦਾ ਅੱਜ ਵੀ ਮੇਰੀ ਬੇਨਤੀ ਹੈ ਭੈਣਾਂ ਨੂੰ, ਮਾਤਾਵਾਂ ਨੂੰ, ਆਪਣੇ ਬੱਚਿਆਂ ਨੂੰ ਸਿਖਾਓ ਕਿ ਗੁਰੂਆਂ ਨੇ ਕੀ ਕੀ ਕੀਤਾ, ਸ਼ਹੀਦਾਂ ਨੇ ਕੀ ਕੀ ਕੀਤਾ। ਭਗਤ ਸਿੰਘ ਦੀ ਗੱਲ ਅੱਜ ਆਪਾਂ ਕਰਦੇ ਆ ਮਹਾਨ। ਮੇਰੇ ਘਰ 'ਚ ਕੋਈ ਫੋਟੋ ਲੱਗੀ ਹੈ ਔਰ ਉਹਦੇ ਉੱਤੇ ਮੈਂ ਆਹ ਕੇਸਰੀ ਰੁਮਾਲ ਦਿੱਤਾ ਤੇ ਰੋਜ਼ ਜਾ ਕੇ ਧੂਪ ਜਲਾ ਕੇ ਮੱਥਾ ਟੇਕਦਾ ਤੇ ਸਲਾਮ ਕਰਦਾ ਕਿ ਇਹੋ ਜਿਹਾ ਯੋਧਾ ਜੀ ਨੇ ਜੰਮੇ, ਉਹ ਧੰਨ ਹੈ ਮਾਤਾ। ਲੇਕਿਨ ਅੱਜ ਦੇ ਯੁੱਗ ਦੇ ਵਿੱਚ ਇਹ ਹੈ ਵੀ ਭਗਤ ਸਿੰਘ ਜਿਹੜਾ ਹੈਗਾ ਗਵਾਂਢੀਆਂ ਦੇ ਜੰਮੇ, ਮੇਰੇ ਨਾ ਜੰਮੇ। ਪਰ ਵੇਲਾ ਆ ਗਿਆ ਹਰ ਮਾਂ ਨੂੰ, ਹਰ ਧੀ ਨੂੰ, ਭੈਣ ਨੂੰ ਆਪਣੀ ਕੁੱਖ 'ਚ ਜੰਮਿਆ ਹੋਇਆ, ਬੇਸ਼ੱਕ ਉਹ ਕੁੜੀ ਹੋਵੇ ਮੁੰਡਾ ਹੋਵੇ, ਉਹਨੂੰ ਇਹ ਗੱਲ ਸਿਖਾਉਣੀ ਹੈ ਕਿ ਕੋਈ ਕਿਸੇ को राज न दे है, कोई किसी को ताज न दे है, जावे है अपने निज बल से ले है। मेरिया हिदायतां ने मावां नूं, भैणां नूं, धीआं नूं अपनी रखिया आप करनी है, शस्त्रधारी होना है। गुरु साहब ने आख्या सी घोड़े चो वापस मुड़ते नदेड़ साहब कि मेरे सिखों ते मेरी सिंघणियों दो गल्लां याद रखियो, एक अकाल पुरख महाकाल नूं नहीं भुलना, बाणी पढ़नी है, अपनी अपनी ईश के हिसाब नाल तुरना है। ते दूजा शस्त्र विद्या नहीं भुलनी, क्योंकि जे एक च शस्त्र होवे, अपने हाथ शस्त्र होवे तां कोई माई दा लाल थोड़े वाल अख चुके नहीं देख सकता। अज यही हाल है कि असीं निहत्ते सानू कुचलिया जा रहा है। मैं बड़ी हिस्ट्री की गल नहीं करनी, फिर प्रेस वाले खड़ के ना तोड़ मरोड़ के कहते हैं योगराज सिंह बहुत तत्ता बोलता है, तत्ता बोलता सच बोलता बोलता रहेगा, आवाज पर मन तो बच के वापस आएगी। और पंजाब की धरती ते किसी की चुत नहीं कि कोई अख पा सके, साडी धी भैन वल देख सके। ये बिल गोडे टेक के सरकार वापस करेगी, ना करे तो मेरा नाम बन दो, मैं फिर अपने गुरु दा नहीं, अकाल पुरख दा नहीं। चढ़ती कला च रहे हो जे, अजे तक गुरु निरंकार ने शुरू किया, खत्म देखो कितने हुंदा है। अखीरली गल कह के माफी मंगांगा। बस मैं यही गल कहना चाहना, हरेक बंदे नूं, हरेक मां नूं, हरेक धी नूं निथ लेना चाहिए। एक एक खून का तुपका भी अपने पंजाब वास्ते, अपने देश वास्ते देना पड़े तो गुरेज ना करे कि हिंदुस्तान दे बाप का नहीं, हिंदुस्तान साडा है, असीं इहनूं टुटण नहीं देना। साडे बुजुर्गां ने अपना लहू डोल के साडे गुरुआं ने पीरां ने लिया है। बाकी जे किसी को एक गलतफहमी होवे कि मैं तख्तो ताज ते बैठा ते मैं जो करूंगा नहीं करूंगा, जो तुझ पावे सोई भली कार, हुक्म रजाई चलना, नानक लिखिया नाल, हुक्म अंदर सबको, बाहर हुक्म ना कोई। वाहिगुरु जी का खालसा, वाहिगुरु जी की फतेह। मैं भाई योगराज जी का दिलों धन्यवाद करदा। नाल रखना है, कोई अख पट के इज्जत वाल देखे ओदी धौण ना देनी है, ये जरूरी है। और मैं हाथ जोड़ के गल होर कहना चाहना, बाणी पढ़िया करो, इतिहास बच्चों को सुनाया करो, आप भी पढ़िया करो, महाराज कृपा करेगा। जिउंदियां वसदियां रहो, महाराज तुहानूं मेरी भी उम्र ला दे, मेरा सिर झुकदा तुहाडे चरनां 'च। वाहिगुरू जी का खालसा, वाहिगुरू जी की फतेह। जिन्ने क जोगा हैगा धीए, लड़ जाएंगे मर जाएंगे, बहुत मरजीवड़े इकट्ठे हुए हैं, फिक्र ना कर। पर मैं चाहना मोढे नाल मोढा मिला के आपां सारे इकट्ठे चलीए, ताकि कहण दुनिया कि जिहो जे मर्द इन्हां दे तगड़े ने, धीआं उस तो भी तगड़ियां।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗਰਾਜ, ਸੋ ਚੰਡੀਗੜ੍ਹ ਦੇ ਵਿੱਚ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਪੁੱਜੀਆਂ ਹੋਈਆਂ ਨੇ। ਕੇਸਰੀ ਦੁਪੱਟੇ ਸਜਾਏ ਹੋਏ ਨੇ, ਖਾਸ ਤੌਰ ਤੇ ਹੱਥਾਂ ਦੇ ਵਿੱਚ ਸ਼੍ਰੀ ਸਾਹਿਬ ਫੜੇ ਹੋਏ ਨੇ। ਗੱਲਬਾਤ ਕਰਾਂਗੇ। ਕੀ ਨਾਮ ਤੁਹਾਡਾ ਜੀ? ਗੁਰਪ੍ਰੀਤ ਕੌਰ ਸਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰਪ੍ਰੀਤ ਜੀ, ਮੈਂ ਦੇਖ ਰਿਹਾ ਕਿ ਤੁਸੀਂ ਅੱਜ ਜਿੱਦਾਂ ਕਿ ਯੋਗਰਾਜ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਵੀ ਹਥਿਆਰ ਆਪਣੇ ਕੋਲ ਰੱਖਣੇ ਚਾਹੀਦੇ ਨੇ ਆਪਣੀ ਸੁਰੱਖਿਆ ਦੇ ਲਈ, ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ ਤੁਸੀਂ? ਹਾਂਜੀ, ਜੋਗਰਾਜ ਸਾਹਿਬ ਜੀ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਕਿਉਂਕਿ ਅੱਜ ਕੱਲ੍ਹ ਦੀ ਔਰਤ ਵੀ ਮਰਦਾਂ ਨਾਲੋਂ ਘੱਟ ਨਹੀਂ ਹੈਗੀ ਤੇ ਅਸੀਂ ਹਥਿਆਰ ਉਠਾਏ ਆ, ਆਪਣੇ ਹੱਕ ਦੇ ਲਈ ਉਠਾਏ ਆ। ਸਾਨੂੰ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਤੋਂ ਘੱਟ ਆ। ਅਸੀਂ ਵੀ ਜੈਂਟਸ ਦੇ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੁੰਦੇ ਆ। ਕਾਲੇ ਕਾਨੂੰਨ ਰੱਦ ਕਰਵਾ ਕੇ ਹਟਾਂਗੇ। ਥੈਂਕ ਯੂ ਸਰ। ਇਸ ਅੰਦੋਲਨ ਦੇ ਵਿੱਚ ਮਰਦਾਂ ਦੇ ਬਰਾਬਰ ਔਰਤਾਂ ਖੜੀਆਂ ਹੋਈਆਂ ਨੇ। ਦਿੱਲੀ ਦੀਆਂ ਬਰੂਹਾਂ ਉੱਤੇ ਵੀ ਔਰਤਾਂ ਬੈਠੀਆਂ ਹੋਈਆਂ ਨੇ। ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅੰਦੋਲਨ ਦੇ ਵਿੱਚ ਔਰਤਾਂ ਵੀ ਬਰਾਬਰ ਨਾਲ ਖੜੀਆਂ ਹੋਣ। ਕੀ ਲੱਗਦਾ ਹੈ ਕਿ ਔਰਤਾਂ ਦੀ ਸ਼ਮੂਲੀਅਤ ਦੇ ਨਾਲ ਇਸ ਅੰਦੋਲਨ ਦੇ ਉੱਤੇ ਕੀ ਅਸਰ ਪਊਗਾ, ਕੀ ਪ੍ਰਭਾਵ ਜਾਊਗਾ, ਕੇਂਦਰ ਸਰਕਾਰ ਦੇ ਉੱਤੇ ਕੀ ਦਬਾਅ ਪਊਗਾ? ਕੇਂਦਰ ਸਰਕਾਰ ਦੇ ਉੱਤੇ ਦਬਾਅ ਪੈਣਾ ਚਾਹੀਦਾ ਹੈ। ਪਰ ਔਰਤਾਂ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਖੜੇ ਨੇ ਤੇ ਮਤਲਬ ਕਿ ਜਿੱਦਾਂ ਵੀ ਇਹ ਕਾਨੂੰਨ ਬਣਾਏ ਨੇ ਉਹ ਰੱਦ ਹੀ ਕਰਵਾ ਕੇ ਹਟਾਂਗੇ। ਅੱਜ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਦਰਸ਼ਕਾਂ ਨੂੰ, ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਸੁਨੇਹਾ ਦੇਣਾ ਚਾਹੋਗੇ? ਇਹੀ ਮੈਸੇਜ ਦੇਣਾ ਚਾਹਾਂਗੇ ਕਿ ਕੰਧੇ ਨਾਲ ਕੰਧਾ ਮਿਲਾ ਕੇ ਚੱਲਣ ਤੇ ਆਪਣੇ ਹੱਕ ਲੈ ਕੇ ਹੀ ਇੱਥੋਂ ਵਾਪਿਸ ਜਾਣ। ਸੋ ਤੁਸੀਂ ਦੇਖਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਹੜੀਆਂ ਔਰਤਾਂ ਹੈਗੀਆਂ ਨੇ ਉਹ ਵੀ ਇਸ ਅੰਦੋਲਨ ਦੇ ਨਾਲ ਪੂਰੀਆਂ ਲਾਮਬੰਦ ਹੋ ਰਹੀਆਂ ਨੇ। ਖਾਸ ਤੌਰ ਤੇ ਮਰਦਾਂ ਦੇ ਨਾਲ ਮੋਢਾ ਲਾ ਕੇ ਖੜੀਆਂ ਨੇ। ਦਿੱਲੀ ਦੀਆਂ ਬਰੂਹਾਂ ਉੱਤੇ ਵੀ, ਚੰਡੀਗੜ੍ਹ ਦੇ ਵਿੱਚ ਗੱਲ ਕਰੀਏ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਦੀ, ਤਾਂ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਔਰਤਾਂ ਦੀ ਗਿਣਤੀ ਵੀ ਦੇਖਣ ਨੂੰ ਮਿਲੀ ਹੈ। ਯੋਗਰਾਜ ਸਿੰਘ ਪੁੱਜੇ, ਡਾਕਟਰ ਪਿਆਰੇ ਲਾਲ ਗਰਗ ਜੀ, ਪ੍ਰੋਫੈਸਰ ਮਨਜੀਤ ਸਿੰਘ ਜੀ, ਹੋਰ ਕਈ ਬੁੱਧੀਜੀਵੀਆਂ ਨੇ ਇੱਥੇ ਆ ਕੇ ਸੰਬੋਧਨ ਵੀ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਦਾਂ ਹੀ ਡਟੇ ਰਹੋ। ਅਖੀਰ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਹੀ ਕਰਨੇ ਪੈਣਗੇ। ਹੋ ਤੇਰਾ ਸਾਡੇ ਸੂਬੇ ਨਾਲ ਕੀ ਐ ਵੈਰ ਦੱਸ ਦੇ, ਜਿਹੜਾ ਇੰਨਾ ਕਰੇ ਨੁਕਸਾਨ ਦਿੱਲੀਏ। ਉਹ ਨਵਾਂ ਇਹ ਕਾਨੂੰਨ ਜਿਹੜਾ ਪਾਸ ਕਰਿਆ ਜੱਟ ਦੇ ਖਿਲਾਫ ਹੱਕ ਵਿੱਚ ਕੋਈ ਨਾ। ਨਵਾਂ ਇਹ ਕਾਨੂੰਨ ਜਿਹੜਾ ਪਾਸ ਕਰਿਆ ਜੱਟ ਦੇ ਖਿਲਾਫ ਹੱਕ ਵਿੱਚ ਕੋਈ ਨਾ। ਰਾਤੋਂ ਰਾਤ ਕਾਲਾ ਬਿੱਲ ਸੈਂਡ ਕਰਕੇ ਦਿਨ ਚੜੇ ਕਰੇ ਤੂੰ ਐਲਾਨ ਦਿੱਲੀਏ ਨੀ ਤੇਰਾ ਸਾਡੇ ਸੂਬੇ ਨਾਲ ਕੀ ਐ ਵੈਰ ਦੱਸ ਦੇ, ਜਿਹੜਾ ਇੰਨਾ ਕਰੇ ਨੁਕਸਾਨ ਦਿੱਲੀਏ। ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਔਰਤਾਂ ਦੀ ਗਿਣਤੀ ਵੱਧ ਰਹੀ ਹੈ, ਕੇਂਦਰ ਸਰਕਾਰ ਨੂੰ ਹੋਰ ਜ਼ਿਆਦਾ ਚਿੰਤਾ ਸਤਾਉਣ ਲੱਗ ਪਈ ਹੈ ਕਿਉਂਕਿ ਪਹਿਲੀ ਵਾਰ ਹੋਇਆ ਕਿ ਔਰਤਾਂ ਵੀ ਅੰਦੋਲਨ ਦਾ ਹਿੱਸਾ ਬਣ ਰਹੀਆਂ ਨੇ। ਰਾਜਗੀਰ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਚੰਡੀਗੜ੍ਹ 'ਚ ਖੜੇ ਹੋਏ ਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਇਸ ਅੰਦੋਲਨ ਦੇ ਵਿੱਚ ਔਰਤਾਂ ਦੀ ਗਿਣਤੀ ਦਾ ਕੀ ਵੱਡਾ ਕਾਰਨ ਰਿਹਾ ਕਿ ਅੰਦੋਲਨ ਪਹਿਲਾਂ ਵੀ ਹੁੰਦੇ ਰਹੇ, ਮਰਦ ਘਰੋਂ ਨਿਕਲਦੇ ਸੀ, ਸੜਕਾਂ ਤੇ ਜਾ ਕੇ ਬਹਿੰਦੇ ਸੀ, ਰੋਸ ਮੁਜ਼ਾਹਰੇ ਕਰਦੇ ਸੀਗੇ, ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਔਰਤਾਂ ਵੀ ਘਰੋਂ ਨਿਕਲੀਆਂ ਤੇ ਮਰਦਾਂ ਦੇ ਬਰਾਬਰ ਅੱਜ ਖੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ। ਦੇਖੋ ਜੀ, ਔਰਤ ਅੱਜ ਦੇ ਟਾਈਮ ਦੇ ਵਿੱਚ ਮਰਦ ਦੇ ਨਾਲੋਂ ਕਿਸੇ ਵੀ ਜਗ੍ਹਾ ਤੇ ਘੱਟ ਨਹੀਂ ਹੈਗੀ। ਠੀਕ ਹੈ, ਸਭ ਤੋਂ ਫਸਟ ਤਾਂ ਇਹ ਹੈ ਕਿ ਇਹ ਜਿਹੜਾ ਅੰਦੋਲਨ ਹੈ ਨਾ ਆਦਮੀ ਦਾ, ਨਾ ਔਰਤ ਦਾ, ਨਾ ਬੱਚਿਆਂ ਦਾ, ਇਹ ਅੰਦੋਲਨ ਜਨ ਅੰਦੋਲਨ ਬਣਿਆ ਹੋਇਆ। ਇਹ ਹਰ ਕਿਸੇ ਦਾ ਅੰਦੋਲਨ ਹੈ। ਅਸੀਂ ਇੱਕ ਨਾਰਾ ਲਾਉਂਦੇ ਹੁੰਦੇ ਆ, ਜਬਰ ਜ਼ੁਲਮ ਨੂੰ ਥੰਮੇਗੀ, ਘਰ ਘਰ ਭਾਗੋ ਜੰਮੇਗੀ। ਅਸੀਂ ਉਸ ਦਸਮ ਪਿਤਾ ਦੀ ਔਲਾਦ ਆ, ਉਹ ਭਾਵੇਂ ਧੀ ਆ ਭਾਵੇਂ ਪੁੱਤ ਹੈ। ਔਰਤ ਦੇ ਅਸੀਂ ਹੁਣ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ। ਜਿੰਨੀ ਦੇਰ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ, ਔਰਤ ਘਰੇ ਨਹੀਂ ਬੈਠੂਗੀ ਕਿਉਂਕਿ ਰੋਟੀ ਤਾਂ ਔਰਤ ਨੇ ਵੀ ਖਾਣੀ ਹੈ ਨਾ, ਬਰੋਬਰ ਤੇ ਪਕਾਉਣੀ ਵੀ ਉਹਨੇ ਆ ਸਾਰੇ ਪਰਿਵਾਰ ਦੇ ਲਈ ਰੋਟੀ। ਕੁਝ ਸਮਾਂ ਪਹਿਲਾਂ ਬੀਜੇਪੀ ਵਾਲੇ ਨੇ ਕਿਹਾ ਕਿ ਧਰਨੇ ਦੇ ਵਿੱਚ ਜਿਹੜੀਆਂ ਔਰਤਾਂ, ਬੱਚੇ, ਬਜ਼ੁਰਗ ਆਏ ਹੋਏ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਵਾਪਸ ਭੇਜ ਦਿਓ। ਕਿਵੇਂ ਦੇਖਦੇ ਹੋ ਬੀਜੇਪੀ ਵਾਲਿਆਂ ਦੇ ਇਹ ਬਿਆਨ ਨੂੰ? ਦੇਖੋ ਜੀ, ਬੀਜੇਪੀ ਤਾਂ ਹਰ ਕਿਸੇ ਨੂੰ ਹੀ ਕਹਿੰਦੀ ਆ, ਸਾਡੇ ਨੌਜਵਾਨਾਂ ਨੂੰ ਅਰੈਸਟ ਕਰਾ ਕੇ ਇਹਨਾਂ ਨੇ ਜੇਲ੍ਹਾਂ 'ਚ ਸਿੱਟਿਆ। ਉਹ ਕਹਿੰਦੇ ਨੇ ਕਿ ਜਿਹੜੀਆਂ ਬੀਬੀਆਂ ਨੇ ਜਾਂ ਕੋਈ ਵੀ ਆ, ਦੇਖੋ ਜਦੋਂ ਇਕੱਲੇ ਆਦਮੀਆਂ ਦੀ ਜਿੰਨੀ ਕੁ ਸਟਰੈਂਥ ਹੈ, ਔਰਤਾਂ ਦੇ ਨਾਲ ਹੋਰ ਸਟਰੈਂਥ ਵੱਧਦੀ ਹੈ, ਬੱਚਿਆਂ ਨਾਲ ਹੋਰ ਵੱਧਦੀ ਹੈ ਕਿਉਂਕਿ ਇਹ ਸੰਘਰਸ਼ ਦੇ ਵਿੱਚ ਸਾਨੂੰ ਜਿੰਨਾ ਜ਼ਿਆਦਾ ਅਸੀਂ ਹਰ ਜਗ੍ਹਾ ਤੇ ਇਕੱਠ ਹੋਊਗਾ, ਪ੍ਰੈਸ਼ਰ ਬਣੂਗਾ। ਔਰਤਾਂ ਵੀ ਘਰੇ ਬੈਠਣਗੀਆਂ ਨਹੀਂ। ਮੇਰੀ ਬੀਜੇਪੀ ਸਰਕਾਰ ਨੂੰ ਇਹ ਪੁਕਾਰ ਹੈ, ਮੈਂ ਚੈਲੰਜ ਕਰਦੀ ਹਾਂ ਕਿ ਅਸੀਂ ਔਰਤਾਂ ਕਿਸੇ ਦੇ ਨਾਲੋਂ ਘੱਟ ਨਹੀਂ। ਜੇ ਤੁਹਾਡੇ ਮੰਤਰੀਆਂ ਦੇ ਵਿੱਚ ਹਰ ਜਗ੍ਹਾ ਔਰਤ ਬੈਠੀ ਹੈ ਤਾਂ ਅਸੀਂ ਵੀ ਕਿਸਾਨਾਂ ਦੀਆਂ ਧੀਆਂ, ਅਸੀਂ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਦੇ ਵਿੱਚ ਡਟੀਆਂ ਰਵਾਂਗੇ, ਭਾਵੇਂ ਸਾਡੀ ਇਹਦੇ 'ਚ ਜਾਨ ਲੱਗ ਜੇ। ਤੁਸੀਂ ਇਕੱਠ ਦੀ ਗੱਲ ਕੀਤੀ ਹੈ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਭੀੜਾਂ ਇਕੱਠੀਆਂ ਕਰਨ ਦੇ ਨਾਲ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਨਹੀਂ ਹੋਣਗੇ।
ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ, ਕਿਉਂਕਿ ਲਗਾਤਾਰ ਅੱਜ ਜੇ ਪਗੜੀ ਸੰਭਾਲ ਜੱਟਾ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਕਈ ਥਾਵਾਂ ਦੇ ਉੱਤੇ ਵੱਡੇ ਇਕੱਠ ਹੋਏ ਨੇ। ਦੇਖੋ ਜੀ, ਜਿਹੜੇ ਤੋਮਰ ਸਾਹਿਬ ਆ ਉਹ ਤਾਂ ਬੀਜੇਪੀ ਦੇ ਗੁਲਾਮ ਨੇ, ਉਹਨਾਂ ਨੇ ਤਾਂ ਉਹੀ ਚੀਜ਼ਾਂ ਬੋਲਣੀਆਂ ਨੇ ਜੋ ਬੀਜੇਪੀ ਸਰਕਾਰ ਬੋਲੂਗੀ, ਮੋਦੀ ਸਾਹਿਬ ਬੋਲਣਗੇ। ਪਰ ਜੇ ਜਿਹੜੇ ਇਕੱਠ ਆ, ਕਹਿੰਦੇ ਹੁੰਦੇ ਇੱਕ ਬੰਦਾ ਕਦੀ ਕੋਈ ਲੜਾਈ ਨਹੀਂ ਜਿੱਤ ਸਕਦਾ। ਜਿਵੇਂ ਹਰ ਕੰਮ ਆ ਜਿਹੜਾ ਅਸੀਂ ਇੱਕ ਉਂਗਲ ਨਾਲ ਨਹੀਂ ਕਰ ਸਕਦੇ, 5 ਉਂਗਲਾਂ ਨਾਲ ਕਰਨਾ ਪੈਣਾ ਸਾਨੂੰ, ਠੀਕ ਆ। ਜਿਹੜਾ ਸਾਡਾ ਇਕੱਠ ਹੈ ਉਹਦੇ ਨਾਲ ਹੀ ਲੜਾਈ ਜਿੱਤੀ ਜਾਣੀ ਹੈ, ਜੇ ਅਸੀਂ ਸਾਰੇ ਏਕੇ ਦੇ ਵਿੱਚ ਰਵਾਂਗੇ, ਇਕੱਠ ਦੇ ਵਿੱਚ ਰਵਾਂਗੇ। ਇਹ ਸਰਕਾਰ ਦੇ ਤੋੜਿਆਂ ਸਾਡਾ ਇਕੱਠ ਟੁੱਟਣ ਨਹੀਂ ਲੱਗਾ। ਅੱਜ ਪਗੜੀ ਸੰਭਾਲ ਜੱਟਾ ਪ੍ਰੋਗਰਾਮ ਕੀਤਾ ਜਾ ਰਿਹਾ ਥਾਂ ਥਾਂ। ਭਗਤ ਸਿੰਘ ਹੋਰਾਂ ਦੇ ਚਾਚਾ ਜੀ ਜੋ ਹੈਗੇ ਅਜੀਤ ਸਿੰਘ, ਜਿਨ੍ਹਾਂ ਨੇ ਅਗਵਾਈ ਕੀਤੀ ਸੀ ਉਸ ਵੇਲੇ ਇਸ ਕਿਸਾਨ ਅੰਦੋਲਨ ਦੀ, ਤੇ ਗੋਰੀ ਸਰਕਾਰ ਨੂੰ ਡੋਲਣਾ ਪਿਆ ਸੀਗਾ, ਪੈਰ ਪਿੱਛੇ ਖਿੱਚਣੇ ਪਏ ਸੀਗੇ। ਕੀ ਲੱਗਦਾ ਕਿ ਅੱਜ ਦੇ ਜਿਹੜੇ ਪ੍ਰੋਗਰਾਮ ਹੈਗੇ ਨੇ ਉਹ ਕੀ ਅਸਰ ਛੱਡ ਕੇ ਜਾਣਗੇ, ਕੇਂਦਰ ਸਰਕਾਰ ਦੇ ਉੱਤੇ ਕੀ ਪ੍ਰਭਾਵ ਨਜ਼ਰ ਆਊਗਾ? ਦੇਖੋ ਜੀ, ਜਿਹੜੇ ਚਾਚਾ ਅਜੀਤ ਸਿੰਘ ਜੀ ਅਮਰ ਰਹਿਣ। ਚਾਚਾ ਅਜੀਤ ਸਿੰਘ ਦੇ ਚੱਲੇ ਪੂਰਨੇ ਪਾਏ ਪੂਰਨਿਆਂ ਤੇ ਅਸੀਂ ਚੱਲ ਰਹੇ ਹਾਂ, ਠੀਕ ਆ। ਚਾਚਾ ਅਜੀਤ ਸਿੰਘ ਜੀ ਭਗਤ ਸਿੰਘ ਜੀ ਦੇ ਚਾਚਾ ਜੀ ਸੀਗੇ, ਜਿਨ੍ਹਾਂ ਦਾ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਭਗਤ ਸਿੰਘ ਦਾ। ਤੇ ਪਗੜੀ ਸੰਭਾਲ ਜੱਟਾ ਦਾ ਨਾਰਾ ਚਾਚਾ ਅਜੀਤ ਸਿੰਘ ਜੀ ਨੇ ਦਿੱਤਾ ਸੀਗਾ, ਠੀਕ ਆ। ਤੇ ਸਰਕਾਰ ਜਿਵੇਂ ਇਹ ਸਾਡੇ ਥਾਂ ਥਾਂ ਪ੍ਰੋਗਰਾਮ ਹੋਣਗੇ, ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹ ਜਾਗਰੂਕ ਹੋਣਗੇ ਹੋਰ ਜ਼ਿਆਦਾ, ਔਰ ਸਰਕਾਰ ਤੇ ਪ੍ਰੈਸ਼ਰ ਬਣੂਗਾ ਇਹਨਾਂ ਪ੍ਰੋਗਰਾਮਸ ਦਾ। ਸਰਕਾਰ ਨੂੰ ਇਹ ਨਾ ਲੱਗੇ ਕਿ ਅਸੀਂ ਸੁੱਤੇ ਹੋਏ ਆ, ਅਸੀਂ ਥਾਂ ਥਾਂ ਆਪਦੇ ਜਿਹੜੇ ਇਕੱਠ ਦਿਖਾ ਕੇ ਅਸੀਂ ਸਰਕਾਰ ਤੇ ਪ੍ਰੈਸ਼ਰ ਬਣਾਵਾਂਗੇ, ਤਾਂ ਜੋ ਸਰਕਾਰ ਜਿਹੜੀ ਗੂੰਗੀ ਸਰਕਾਰ ਆ ਉਹ ਬੋਲੇ ਔਰ ਇਹ ਸਾਡੇ ਕਾਲੇ ਕਾਨੂੰਨ ਰੱਦ ਕਰੇ। ਇਸ ਅੰਦੋਲਨ ਨੂੰ ਤਾਰਪੀੜੋ ਕਰਨ ਲਈ ਬਹੁਤ ਸਾਰੀਆਂ ਏਜੰਸੀਆਂ ਨੇ ਵੀ ਸਾਜ਼ਿਸ਼ਾਂ ਕੜੀਆਂ ਨੇ। ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਕਿਵੇਂ ਦੇਖ ਰਹੀ ਹੈ? ਜੋ ਤੁਹਾਨੂੰ ਲੱਗਦਾ ਕਿ ਵਾਕਈ ਸਾਜ਼ਿਸ਼ਾਂ ਕੜੀਆਂ ਜਾ ਰਹੀਆਂ, ਜਿਵੇਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ, ਲੱਖਾ ਸਦਾਣਾ ਦੇ ਉੱਤੇ ਇਨਾਮ ਲਿਖਿਆ, ਲੱਖਾ ਸਦਾਣਾ ਨੇ ਅੱਜ ਇੱਕ ਵੱਖਰੀ ਰੈਲੀ ਕੀਤੀ ਮਹਿਰਾਜ ਦੇ ਵਿੱਚ, ਚੈਲੰਜ ਕਰਤਾ ਕਿ ਮੈਨੂੰ ਆ ਕੇ ਗ੍ਰਿਫਤਾਰ ਕਰਨਾ ਤੇ ਦਿੱਲੀ ਪੁਲਿਸ ਕਰ ਲੇ। ਕਿਵੇਂ ਦੇਖਦੇ ਹੋ ਕਿ ਇਹਨਾਂ ਲੋਕਾਂ ਦੀ ਜਿਹੜੀ ਕਾਰਗੁਜ਼ਾਰੀ ਨੂੰ? ਦੇਖੋ ਜੀ, ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜੀਆਂ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀਆਂ, ਕਿਉਂਕਿ ਸਰਕਾਰ ਨੂੰ ਵੀ ਪਤਾ ਕਿ ਅਸੀਂ ਨੌਜਵਾਨ ਦੇ ਏਕੇ ਤੋਂ ਬਿਨਾਂ ਇਹ ਸੰਘਰਸ਼ ਜਿੱਤ ਨਹੀਂ ਸਕਦੇ, ਔਰ ਉਹ ਸਾਡੇ ਨੌਜਵਾਨਾਂ ਨੂੰ ਦਬਾਉਣਾ ਚਾਹੁੰਦੀ ਆ। ਪਰ ਸਰਕਾਰ ਇਹ ਭੁੱਲ ਜਾਵੇ ਅਸੀਂ ਉਸ ਇਨਸਾਨ ਦੇ ਬੱਚੇ ਹਾਂ, ਉਸ ਦਸਮ ਪਿਤਾ ਦੇ ਬੱਚੇ ਹਾਂ। ਜਿੰਨਾ ਸਾਨੂੰ ਇਹ ਸਰਕਾਰ ਦਬਾਊਗੀ, ਅਸੀਂ ਲਾਵਾ ਬਣ ਕੇ ਉਦੋਂ ਜ਼ਿਆਦਾ ਉੱਪਰ ਫੁੱਟਾਂਗੇ, ਔਰ ਇਹ ਸੰਘਰਸ਼ ਹੁਣ ਸੁਨਾਮੀ ਲੈ ਕੇ ਆਊਗਾ ਹੋਰ ਜ਼ਿਆਦਾ। ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ। ਸੋ ਤੁਸੀਂ ਸੁਣਿਆ ਕਿ ਜੋ ਵੀ ਇੱਥੇ ਔਰਤਾਂ ਪੁੱਜ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਭੀੜਾਂ ਹੈਗੀਆਂ ਨੇ, ਜਦੋਂ ਵੱਡੇ ਇਕੱਠ ਹੁੰਦੇ ਨੇ ਉਦੋਂ ਹੀ ਸਰਕਾਰਾਂ ਦਬਾਅ ਹੇਠ ਆਉਂਦੀਆਂ ਨੇ, ਤੇ ਵੱਡੇ ਇਕੱਠਾਂ ਨੇ ਇੱਥੇ ਸਰਕਾਰਾਂ ਬਦਲੀਆਂ ਵੀ ਨੇ। ਤੇ ਜਦੋਂ ਵੱਡੇ ਇਕੱਠ ਹੁੰਦੇ ਸੀ ਤੇ ਉਦੋਂ ਸਰਕਾਰਾਂ ਨੇ ਜਦੋਂ ਆਪ ਵੱਡੇ ਇਕੱਠ ਕਰਨੇ ਹੁੰਦੇ ਨੇ ਤਾਂ ਬੜੀਆਂ ਖੁਸ਼ ਹੁੰਦੀਆਂ ਨੇ ਕਿ ਅੱਜ ਬੜਾ ਵੱਡਾ ਇਕੱਠ ਹੋਇਆ ਹੈ। ਤੇ ਜਦੋਂ ਲੋਕ ਆਪਣੇ ਹੱਕਾਂ ਲਈ ਵੱਡੇ ਇਕੱਠ ਕਰਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਸਰਕਾਰਾਂ ਮੱਚ ਉੱਠਦੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਵੱਡੇ ਇਕੱਠ ਹੋ ਰਹੇ ਨੇ ਇਹ ਸੁਨਾਮੀ ਲੈ ਕੇ ਆਉਣਗੇ, ਤਾਂ ਇਸ ਦਾ ਕੇਂਦਰ ਸਰਕਾਰ ਦੇ ਉੱਤੇ ਅਸਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਨਜ਼ਰ ਆਊਗਾ। ਸੋ ਇਸ ਵੇਲੇ ਸੋਨੀਆ ਮਾਨ ਜੀ ਸਾਡੇ ਨਾਲ ਮੌਜੂਦ ਹੈਗੇ ਨੇ, ਤੇ ਖਾਸ ਤੌਰ ਤੇ ਸਮਾਜਿਕ ਕਾਰਕੁਨ ਗਿਣੇ ਜਾਂਦੇ ਨੇ, ਤੇ ਜਦੋਂ ਦਾ ਅੰਦੋਲਨ ਚੱਲ ਰਿਹਾ ਕਿਸਾਨ ਅੰਦੋਲਨ, ਉਹਨਾਂ ਦੀ ਹਮਾਇਤ ਦੇ ਵਿੱਚ ਆਏ ਨੇ। ਚੰਡੀਗੜ੍ਹ ਵਿੱਚ ਇਸ ਵੇਲੇ ਖੜੇ ਹੋਏ ਆ। ਸੋਨੀਆ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਸੀਂ ਮਟਕਾ ਚੌਂਕ ਦੇ ਉੱਤੇ ਵੀ ਪ੍ਰੋਟੈਸਟ ਕਰਦੇ ਰਹੇ ਹੋ, ਕੇਂਦਰ ਸਰਕਾਰ ਤੇ ਹੋਰ ਸਰਕਾਰਾਂ ਦੇ ਵਿਰੁੱਧ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਰਹੇ ਹੋ, ਤੇ ਖਾਸ ਤੌਰ ਤੇ ਜਿਹੜੀਆਂ ਲੜਕੀਆਂ ਨਾਲ ਰੇਪ ਹੋ ਜਾਂਦਾ ਤੁਸੀਂ ਉਹਨਾਂ ਦੇ ਲਈ ਵੀ ਆਵਾਜ਼ ਬੁਲੰਦ ਕਰਦੇ ਹੋ। ਕਿਸਾਨੀ ਅੰਦੋਲਨ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? 6 ਮਹੀਨੇ ਹੋ ਚੱਲੇ ਨੇ ਇਸ ਅੰਦੋਲਨ ਨੂੰ ਚੱਲਦਿਆਂ, 3 ਮਹੀਨੇ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆਂ ਨੂੰ ਹੋ ਗਏ ਨੇ। ਗੋਰੀ ਸਰਕਾਰ 1907 ਵੇਲੇ ਜਦੋਂ ਪੰਜਾਬੀਆਂ ਨੇ ਖਾਸ ਤੌਰ ਤੇ ਭਾਰਤੀਆਂ ਨੂੰ ਅੰਦੋਲਨ ਸ਼ੁਰੂ ਕੀਤਾ ਸੀਗਾ ਤੇ ਗੋਰੀ ਸਰਕਾਰ ਡੋਲ ਗਈ ਸੀ। ਮੈਂ ਗੱਲ ਕਰ ਰਿਹਾ ਸ਼ਹੀਦ ਭਗਤ ਸਿੰਘ ਜੀ ਉਹਦੇ ਚਾਚਾ ਦੇ ਅਜੀਤ ਸਿੰਘ ਜੀ, ਜਿਨ੍ਹਾਂ ਨੇ ਅਗਵਾਈ ਕੀਤੀ ਉਸ ਵੇਲੇ ਪਗੜੀ ਸੰਭਾਲ ਜੱਟਾ ਮੁਹਿੰਮ ਦੀ। ਅੱਜ ਪ੍ਰੋਗਰਾਮ ਵੀ ਤੁਸੀਂ ਇੱਥੇ ਪੁੱਜੇ ਹੋਏ ਹੋ, ਕਿਵੇਂ ਦੇਖਦੇ ਹੋ ਇਸ ਪ੍ਰੋਗਰਾਮ ਨੂੰ? ਕਿ ਇਹ ਸਰਕਾਰ ਡੋਲੇਗੀ, ਪਿੱਛੇ ਪੈਰ ਖਿੱਚੂਗੀ ਜਾਂ ਨਹੀਂ? ਦੇਖੋ, ਮੈਨੂੰ ਲੱਗਦਾ ਹੈ ਇਸ ਵਕਤ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਜੀ ਹੈ ਉਹ ਬਹੁਤ ਡਰੇ ਹੋਏ ਹੈ, ਕਿਉਂਕਿ ਅੱਜ ਦਿਨ ਤੱਕ ਉਹਨਾਂ ਨੇ ਕਦੀ ਪ੍ਰੈਸ ਮੀਟ ਨਹੀਂ ਬੁਲਾਈ ਹੈ ਜਦ ਤੱਕ ਉਹ ਪ੍ਰਾਈਮ ਮਿਨਿਸਟਰ ਬਣੇ ਹੈ। ਕਦੇ ਮੈਂ ਦੇਖਿਆ ਪ੍ਰੈਸ ਮੀਟਸ ਜਾਂ ਪ੍ਰੈਸ ਦੇ ਸਾਹਮਣੇ ਇੱਦਾਂ ਨਹੀਂ ਆਏ, ਉਹ ਸਿਰਫ ਆਪਣਾ ਇੱਕ ਬਾਈਟਸ ਪਾਉਂਦੇ ਹੈ। ਤੇ ਮੈਂ ਹੁਣ ਦੇਖ ਰਹੀ ਹਾਂ ਅੱਜ ਕੱਲ੍ਹ ਉਹ ਪ੍ਰੈਸ ਨੂੰ ਵੀ ਆਪਣਾ ਸੰਬੋਧਨ ਦੇ ਰਹੇ ਹੈ। ਔਰ ਜਿਹੜਾ ਆਪਾਂ ਕਿਸਾਨ ਦੀ ਗੱਲ ਕਰੀਏ, ਕਿਸਾਨ ਜਿਹੜੇ ਆਪਾਂ ਮੈਂ ਤਾਂ ਬਾਪੂ ਜੀ ਕਹਾਂਗੀ ਜਿਹੜੇ ਉੱਥੇ ਬੈਠੇ ਆ, ਕਿਉਂਕਿ ਅੱਜ ਉਹ ਬਾਪੂ ਜੀ ਜਿਹੜੇ ਉੱਧਰ ਬੈਠੇ ਨੇ ਉਹਨਾਂ ਦੇ ਕਰਕੇ ਸਾਡੀ ਵੀ ਪਹਿਚਾਣ ਕਿਤੇ ਨਾ ਕਿਤੇ ਬਣ ਗਈ, ਕਿਉਂਕਿ ਅਸੀਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਏ ਹਾਂ। ਉਹਨਾਂ ਦੇ ਕਰਕੇ ਦੇਖੋ, ਜੇ ਅਸੀਂ ਬਾਹਰ ਨਿਕਲ ਕੇ ਆਏ ਹਾਂ ਤੇ ਅੱਜ ਦੇਖੋ ਹਰ ਕੌਮ ਜਿਹੜੀ ਆਪਣੀ ਹਿੰਦੂ ਮੁਸਲਿਮ ਸਿੱਖ ਜਿਹੜੇ ਹੈਗੇ ਆਪਣੇ ਭਾਈ ਸਾਰੇ ਸਾਂਝੇ ਹੋ ਗਏ ਹੈ। ਤੇ ਮੋਦੀ ਜੀ ਜਿਹੜੇ ਹੈਗੇ ਨਾ ਉਹ ਅੜੀਅਲ ਸੁਭਾਅ ਦੇ ਹੈਗੇ, ਔਰ ਆਪਣਾ ਅੜੀਅਲ ਜਿਹੜਾ ਰੱਖ ਰਹੇ ਆ ਨਾ ਰੁਖ, ਉਹ ਉਹਨਾਂ ਵਾਸਤੇ ਚੰਗਾ ਨਹੀਂ ਹੈ। ਔਰ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਅੜੀਅਲ ਰਵੱਈਏ ਦੇ ਕਰਕੇ ਨਾ ਜਿਹੜੀ ਬੀਜੇਪੀ ਸਰਕਾਰ ਹੈ, ਆਉਣ ਵਾਲੀ ਦੀ ਚੋਣ ਆ ਰਹੀਆਂ ਨੇ, ਮੈਨੂੰ ਨਹੀਂ ਲੱਗਦਾ ਕਿ ਉਹ ਕਿਤੇ ਸਟੈਂਡ ਕਰ ਪਾਣਗੇ। ਤੁਸੀਂ ਪੰਜਾਬ 'ਚ ਵੀ ਦੇਖਿਆ ਹੀ ਹੋਣਾ, ਕਾਫੀ ਕਾਂਗਰਸ ਸੀਟਾਂ ਲੈ ਕੇ ਗਈਆਂ ਨੇ, ਠੀਕ ਹੈ। ਬੀਜੇਪੀ ਨੂੰ ਇੰਨੀ ਕਿਤੇ ਵੀ
ਮਤਲਬ ਉਹ ਨਹੀਂ ਮਿਲੀ ਹੈ। ਕਾਰਨ ਕੀ ਮੰਨਦੇ ਹੋ ਕਿ ਬੀਜੇਪੀ ਇਸ ਵਾਰੀ ਲੋਕ ਸਭਾ ਜਦੋਂ ਚੋਣਾਂ ਹੋਈਆਂ ਤਾਂ ਬੀਜੇਪੀ ਪਹਿਲਾਂ ਨਾਲੋਂ ਵੀ ਮਜ਼ਬੂਤ ਪਾਰਟੀ ਬਣ ਕੇ ਉੱਭਰਦੀ ਹੈ, ਲੋਕ ਵੋਟ ਕਿਉਂ ਪਾ ਦਿੰਦੇ ਨੇ ਜਦੋਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਤਾਂ? ਦੇਖੋ ਸਰ, ਪਹਿਲੀ ਗੱਲ ਤਾਂ ਮੈਂ ਦੱਸਾਂ, ਵੋਟ ਬੀਜੇਪੀ ਨੂੰ ਕੋਈ ਨਹੀਂ ਪਾਉਂਦਾ ਤੇ ਇਹ ਜਿਹੜੀ IVM ਮਸ਼ੀਨਸ ਹੈ, EVM ਸੌਰੀ ਮਸ਼ੀਨਸ ਹੈ, ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਹੈਗੀਆਂ, ਕਿਉਂਕਿ ਜਦ ਵੀ ਅਸੀਂ ਵੋਟਾਂ ਤੋਂ ਬਾਅਦ ਬਾਹਰ ਆਉਂਦੇ ਨਾ, ਲੋਕਾਂ ਨਾਲ ਜਿਵੇਂ ਗੱਲਾਂ ਸਾਂਝੀਆਂ ਕਰਦੇ ਨੇ, ਤਾਂ ਉਹ ਕਹਿੰਦੇ ਆਪਾਂ ਫਲਾਣੇ ਨੂੰ ਵੋਟਸ ਪਾਈਆਂ, ਔਰ ਜਦ ਰਿਜ਼ਲਟ ਆਉਂਦਾ ਉਹ ਰਿਜ਼ਲਟ ਹਮੇਸ਼ਾ ਹੁੰਦਾ ਹੈ ਕਿ ਬੀਜੇਪੀ ਜਿੱਤ ਰਹੀ ਹੈ, ਬੀਜੇਪੀ ਅੱਗੇ। ਮੈਂ ਆਪਣਾ ਉਦਾਹਰਨ ਦੱਸਦੀ ਹਾਂ, ਮੇਰੀ ਆਪਣੀ ਭੈਣ ਇੱਥੋਂ MP ਇਲੈਕਸ਼ਨ ਲੜੀ ਸੀਗੀ, ਰਮਨੀਤ ਕੌਰ ਵਸ਼ਿਸ਼ਟ, ਠੀਕ ਹੈ ਜੀ। ਉਹਨੇ ਇੱਥੋਂ MP ਦਾ ਇਲੈਕਸ਼ਨ 2019 ਦੇ ਵਿੱਚ ਲੜਿਆ ਸੀਗਾ, ਠੀਕ ਹੈ। ਉਹਨੇ ਲੜਿਆ ਵੀ ਅੰਡਰ ਬੈਨਰ ਆਫ ਭਾਰਤੀ ਕਿਸਾਨ ਪਾਰਟੀ ਦੇ ਵੱਲੋਂ। ਤੇ ਜਦ ਅਸੀਂ ਚੋਣ ਦੀ ਗਿਣਤੀ ਸ਼ੁਰੂ ਹੋਈ ਅੰਦਰ, ਐਟ ਦ ਫਰਸਟ ਰਾਊਂਡ ਬੀਜੇਪੀ ਬਿਲਕੁਲ ਅੱਗੇ ਨਹੀਂ ਸੀਗੀ, ਪਵਨ ਕੁਮਾਰ ਬੰਸਲ ਜੀ ਅੱਗੇ ਜਾ ਰਹੇ ਸੀਗੇ। ਤੇ ਜਦ ਫਰਸਟ ਰਾਊਂਡ ਦੀ ਗਿਣਤੀ ਖਤਮ ਹੋ ਕੇ ਅਸੀਂ ਬਾਹਰ, ਜਿਵੇਂ ਬ੍ਰੇਕ ਮਿਲਦੀ ਅਸੀਂ ਬਾਹਰ ਆਏ, ਤੇ ਮੀਡੀਆ ਨੇ ਪਹਿਲੇ ਹੀ, ਮਤਲਬ ਹਲੇ ਗਿਣਤੀ ਕਾਊਂਟ ਹੋ ਕੇ ਅਸੀਂ 5 ਮਿੰਟ ਵੀ ਨਹੀਂ ਹੋਏ ਬਾਹਰ, ਮੀਡੀਆ ਨੇ ਪਹਿਲੇ ਹੀ ਉਹਨਾਂ ਨੂੰ ਕਹਿਤਾ ਵੀ ਬੀਜੇਪੀ ਅੱਗੇ ਜਾ ਰਹੀ ਹੈ, ਜਦ ਕਿ ਫਰਸਟ ਰਾਊਂਡ ਦੇ ਵਿੱਚ ਪਵਨ ਕੁਮਾਰ ਬੰਸਲ ਜੀ ਬਹੁਤ ਲੀਡ ਨਾਲ ਅੱਗੇ ਜਾ ਰਹੇ ਸੀਗੇ। ਤੇ ਜਦ ਅਸੀਂ ਸੈਕੰਡ ਰਾਊਂਡ 'ਚ ਬੈਠੇ ਤੇ 7 ਤੋਂ 8 EVM ਮਸ਼ੀਨਸ ਅਸੀਂ ਆਪਣੇ ਅੱਖੀ ਮੈਂ ਦੇਖੀਆਂ ਕਿ ਬਹੁਤ ਜ਼ਿਆਦਾ ਉਹ 'ਚ ਗੜਬੜ ਸੀ, ਅੰਦਰ ਬਹੁਤ ਹੱਲਾ ਮਚਿਆ, ਬਹੁਤ ਇੱਕ ਤਰ੍ਹਾਂ ਦਾ ਹਜੂਮ ਹੋ ਗਿਆ ਇਕੱਠਾ, ਤੇ ਲੜਾਈ ਵੀ ਹੋਈ ਅੰਦਰ, ਤੇ ਉਹ ਬਾਹਰ ਕੁਝ ਨਹੀਂ ਬਾਹਰ ਜ਼ਾਹਿਰ ਹੋਇਆ। ਤੇ ਬਾਅਦ 'ਚ ਮਤਲਬ ਉਹ ਜਿਹੜੀ ਸੈਕੰਡ ਰਾਊਂਡ ਦੀ ਗਿਣਤੀ ਸੀ ਉਹ ਕਿਤੇ 11 11:30 ਵਜੇ ਮਤਲਬ ਹੋਈ ਹੈ। ਤੁਸੀਂ ਅਗਰ 2019 ਦੇ ਇਲੈਕਸ਼ਨ ਦੀ ਗਿਣਤੀ ਦਾ ਪ੍ਰੋਸੈਸ ਪਿੱਛੇ ਵੀ ਵੀਡੀਓ ਕੱਢ ਕੇ ਦੇਖੋਗੇ ਤੇ ਗਿਣਤੀ ਕਿਤੇ 8-9 ਵਜੇ ਤੱਕ ਰਾਤ ਤੱਕ ਹੋਈ ਹੈ, ਜਦਕਿ ਰਿਜ਼ਲਟ ਸ਼ਾਮੀ 7 7:30 ਤੱਕ ਰਿਜ਼ਲਟ ਆ ਜਾਂਦਾ ਹੈ। ਤੇ ਮੈਂ ਇਹ ਸੋਚਦੀ ਹਾਂ ਕਿ ਜਿਹੜੀ ਪ੍ਰੋਬਲਮ ਹੈ ਨਾ ਉਹ EVM ਮਸ਼ੀਨ ਦੇ ਵਿੱਚ ਹੈ। ਬੈਲਟ ਪੇਪਰ ਕਿਉਂ ਨਹੀਂ ਲੈ ਕੇ ਆਉਂਦੇ? ਬੈਲਟ ਪੇਪਰ ਲੈ ਕੇ ਆਉਣ, ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਕਿ ਲੋਕ ਕੀ ਚਾਹੁੰਦੇ? ਲੋਕ ਇਸ ਸਰਕਾਰ ਤੋਂ ਬਹੁਤ ਦੁਖੀ ਹੈ। ਚਾਹੇ ਤੁਸੀਂ ਕਿਸਾਨ ਦੀ ਗੱਲ ਕਰ ਲਓ, ਚਾਹੇ ਨਾਰਮਲ ਹਿਊਮਨ ਬੀਇੰਗ ਜਿਹੜਾ ਘਰ ਕੋਈ ਵੀ ਲੇਡੀ ਚਲਾ ਰਹੀ ਹੈ, ਤੁਸੀਂ ਦੇਖ ਲਓ ਗੈਸ ਦੇ ਪ੍ਰਾਈਸਿਸ ਕਿੱਥੇ ਜਾ ਰਹੇ ਨੇ, ਜੇ ਤੁਸੀਂ ਡੀਜ਼ਲ ਪੈਟਰੋਲ ਦੇ ਦੇਖੋ ਉਹ ਕਿੱਥੇ ਜਾ ਰਹੇ। ਹੁਣ ਇਹ ਵੀ ਸੁਣਨ ਨੂੰ ਆ ਰਿਹਾ ਹੈ ਕਿ ਦਿੱਲੀ ਦੇ ਵਿੱਚ ਬਹੁਤ ਵੱਡੀ ਮਤਲਬ ਜਿਹੜੀ ਕਾਰ ਯੂਨੀਅਨ, ਜਿਹੜੇ ਟੈਕਸੀ ਟੂਰਿਸਟ ਵਗੈਰਾ ਜਿਹੜੇ ਗੱਡੀਆਂ ਚਲਾਉਂਦੇ ਆ ਪ੍ਰਾਈਵੇਟ, ਉਹ ਵੀ ਆਪਣਾ ਮਤਲਬ ਸੰਘਰਸ਼ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਵੀ ਮੈਂ ਸੁਣਨ ਨੂੰ ਆਇਆ ਕਿ ਉਹਨਾਂ ਦੇ ਵੀ ਕੁਝ ਮਸਲੇ ਹੈਗੇ ਜੋ ਮਤਲਬ ਹੱਲ ਨਹੀਂ ਹੋ ਪਾ ਰਹੇ। ਮੰਨਦੇ ਹੋ ਕਿ ਜੇ EVM ਦੇ ਉੱਤੇ ਹੀ ਐਡਾ ਵੱਡਾ ਸ਼ੱਕ ਹੈਗਾ, ਇਹ ਤੁਹਾਨੂੰ ਹੀ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਹੋਗਾ ਦੇਸ਼ ਦੇ, ਉਹਨਾਂ ਦਾ ਇਹ ਮੰਨਣਾ ਕਿ EVM ਕਰਕੇ ਹੀ BJP ਸਰਕਾਰ ਬਣਦੀ ਹੈ, ਸੱਤਾ ਦੇ ਵਿੱਚ ਆਉਂਦੀ ਹੈ। ਤੇ ਚੋਣਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਇਸ ਵਾਰ, ਫਿਰ ਇੱਥੇ ਤੁਹਾਨੂੰ ਕੀ ਲੱਗਦਾ ਕਿ ਜੇ EVM ਹੀ ਹੈਕ ਕਰਨੀ ਹੁੰਦੀ ਫਿਰ ਇਹਨਾਂ ਚੋਣਾਂ ਦੇ ਵਿੱਚ ਕਿਉਂ ਨਹੀਂ ਕੀਤੀ BJP ਨੇ? ਦੇਖੋ, ਇਸ ਬਾਰੀ ਕਿਸਾਨ ਬਹੁਤ ਜ਼ਿਆਦਾ, ਕਿਸਾਨੀ ਜਿਹੜਾ ਅੰਦੋਲਨ ਹੈ ਉਹ ਬਹੁਤ ਵੱਧ ਚੱਦ ਕੇ ਚੱਲਿਆ ਹੋਇਆ ਅੱਗੇ। ਤੇ ਆਪਾਂ ਦੇਖੀਏ ਹਰ ਪਿੰਡਾਂ 'ਚ ਇਸ ਬਾਰੀ ਜਿਹੜੇ BJP ਵਰਕਰਸ ਗਏ ਵੀ ਹੈਗੇ ਆਪਣੇ ਕੈਂਪੇਨ ਕਰਨੇ, ਉਹਨਾਂ ਨੂੰ ਵੀ ਭਜਾਇਆ ਹੈਗਾ ਇਹਨਾਂ ਨੇ। ਤੇ ਕਿਸਾਨ ਨੂੰ ਬਿਲਕੁਲ ਜਿਹੜੇ ਮਤਲਬ BJP ਵਰਕਰ ਸੀਗੇ ਜਾਂ ਕੋਈ ਵਲੰਟੀਅਰ ਵੀ ਜਾ ਰਿਹਾ ਸੀਗਾ, ਉਹਨਾਂ ਨੇ ਹੱਥ ਬੰਨ੍ਹ ਕੇ ਕਿਹਾ ਜਾਂ ਤਾਂ ਤੁਸੀਂ ਪਿੰਡਾਂ 'ਚ ਐਂਟਰ ਨਾ ਕਰੋ ਜਾਂ ਬਿਲਕੁਲ ਵੀ ਨਹੀਂ ਤਾਂ ਅਸੀਂ ਤੁਹਾਡੇ ਸਿਰ ਪਾੜਾਂਗੇ। ਤੇ ਮੈਨੂੰ ਇਹ ਲੱਗਦਾ ਵੀ ਡਿਊ ਟੂ ਆਫ ਕਿਸਾਨ ਅੰਦੋਲਨ BJP ਨੂੰ ਇੱਥੋਂ ਬਿਲਕੁਲ ਵੀ ਹੈਲਪ ਆਊਟ ਜਾਂ ਕਹਿ ਲਓ ਬਿਲਕੁਲ ਅੱਗੇ ਉਹ ਨਹੀਂ ਆ ਪਾਈ ਹੈ। ਅਗਰ ਉਹ ਤੁਹਾਡਾ ਮੰਨਣਾ ਹੈ ਕਿ ਫਿਰ ਇਸ ਅੰਦੋਲਨ ਦੇ ਵਿੱਚੋਂ ਜਿਹੜੀ ਮੰਗ ਉੱਠ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ EVM ਨੂੰ ਤਾਲੇ ਲਾ ਕੇ ਬੈਲਟ ਪੇਪਰਾਂ ਨਹੀਂ ਦੇਸ਼ ਦੇ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਨੇ, ਇਸ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇੱਕ ਵੱਡਾ ਮੁੱਦਾ ਬਣਾਉਣਾ ਚਾਹੀਦਾ ਹੈ? ਮੈਂ ਤਾਂ ਕਹਿੰਦੀ ਹਾਂ ਕਿ EVM ਦੀ ਥਰੂ, ਮੈਂ ਤਾਂ ਕਹਿੰਦੀ EVM ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਤੇ ਬੈਲਟ ਪੇਪਰ, ਪਹਿਲੇ ਵੀ ਅਸੀਂ ਬੈਲਟ ਪੇਪਰ ਹੀ ਯੂਜ਼ ਕਰੇ ਸੀਗੇ ਤੇ ਬੈਲਟ ਪੇਪਰ ਨਾਲ ਹੀ ਹੁੰਦਾ ਸੀਗਾ। EVM ਹੁਣ ਦੇਖੋ, ਅਸੀਂ ਤਾਂ ਦੇਖੋ ਮੇਰੇ ਕੁਝ ਫੈਮਿਲੀ ਮੈਂਬਰਸ ਜਿਹੜੇ ਸੌਫਟਵੇਅਰ ਇੰਜੀਨੀਅਰ ਹੈ, ਉਹ US ਦੇ ਅੱਛੀ ਜਿਹੜੀ ਹੈਗੀ ਹੈ ਟੌਪ ਮੋਸਟ ਜਿਹੜੇ ਉਧਰ ਦੀ ਕੰਪਨੀਜ਼ ਹੈ ਉਹਨਾਂ ਦੇ ਮੈਂਬਰਸ ਨੇ, ਮੈਂਬਰ ਕਿ ਉਹ ਵਰਕ ਕਰ ਰਹੇ ਹੈ ਇੱਥੇ, ਪੂਰਾ ਇੰਡੀਆ ਉਹਨਾਂ ਦੇ ਹੱਥ ਹੈ। ਉਹ ਵੀ ਹੈਵ ਆਲਰੇਡੀ ਡਿਸਕਸ ਦਿਸ ਥਿੰਗ ਕਿ ਜਿਹੜੀ EVM ਹੈ ਨਾ ਹੈਕ ਕਰ ਲੈਂਦੇ ਆ ਜਿਹੜੇ ਹੈਕਰਸ ਨੇ। ਸਾਨੂੰ ਹੁਣ ਆਪਾਂ ਨਾਰਮਲ ਬੰਦੇ ਆਪਾਂ ਜਾ ਕੇ ਕੋਈ ਵੀ ਬਟਨ ਦਬਾਉਂਦੇ ਉਹ ਆਟੋਮੈਟਿਕਲੀ ਜਾਂਦੀ ਹੈ ਕਮਲ ਦੇ ਫੁੱਲ ਨੂੰ। ਹੁਣ ਮੈਨੂੰ ਹੀ ਹੈ ਜੀ, ਮੈਂ ਕਾਂਗਰਸ ਨੂੰ ਵੋਟ ਪਾਈ ਸੀ ਤੇ ਕਾਂਗਰਸ ਨੂੰ ਤਾਂ ਵੋਟ ਪਤਾ ਨਹੀਂ ਗਈ ਹੈ ਕਿ ਨਹੀਂ ਗਈ ਹੈ, ਉਹ ਚਲੀ ਜਾਂਦੀ ਹੈ ਜੀ BJP ਨੂੰ। ਜੇ ਬੈਲਟ ਪੇਪਰ ਆਣਗੇ ਤਾਂ ਉਹਦੇ ਨਾਲ ਕਲੀਅਰ ਤਾਂ ਰਹੂਗਾ ਨਾ। ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ ਸੋ ਵੈਰੀ। ਸੋ ਸੋਨੀਆ ਮਾਨ ਸ਼ਰਮਾ ਦਾ ਕਹਿਣਾ ਹੈ ਕਿ EVM ਮਸ਼ੀਨਾਂ ਦੇ ਵਿੱਚ ਗੜਬੜੀ ਹੁੰਦੀ ਹੈ, ਇਸੇ ਕਰਕੇ ਇਹ ਵਾਰ-ਵਾਰ ਸਰਕਾਰ ਜਿੱਤ ਰਹੀ ਹੈਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ EVM ਬੰਦ ਕਰਕੇ ਬੈਲਟ ਪੇਪਰਾਂ ਰਾਹੀਂ ਜੇ ਚੋਣਾਂ ਹੋਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਬਾਕੀ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਹੈਗਾ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਦੇ ਉੱਤੇ ਦਬਾਅ ਪਾ ਰਿਹਾ। ਪੰਜਾਬ ਦੇ ਵਿੱਚ ਇਸ ਦਾ ਅਸਰ ਨਜ਼ਰ ਵੀ ਆਇਆ। BJP ਦੀ ਜਿਹੜੀ ਕਰਾਰੀ ਹਾਰ ਚੋਣਾਂ ਦੇ ਵਿੱਚ ਹੋਈ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਜਾਲ ਦੀ ਰਿਪੋਰਟ, ਹਮਦਰਦ TV।